ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦੋ ਸੰਸਾਰ ਜੰਗਾਂ ਤੋਂ ਬਾਅਦ ਇੰਨੇ ਦੇਸ਼ਾਂ ਵਿੱਚ ਇੰਨੀ ਤਬਾਹੀ, ਇੰਨੀਆਂ ਮੌਤਾਂ ਤੋਂ ਬਾਅਦ, ਐਟਮ ਬੰਬਾਂ ਤੋਂ ਬਾਅਦ ਦੁਨੀਆ ਨੇ ਡਿਸਾਈਡ ਕੀਤਾ ਕਿ ਜੰਗ ਬੁਰੀ ਬਲਾ ਹੈ ਤੇ ਨਹੀਂ ਹੋਣੀ ਚਾਹੀਦੀ। ਇਸ ਲਈ ਕੁੱਲ ਦੁਨੀਆ ਦੇ ਮੁਲਕਾਂ ਦੀ ਇੱਕ ਸਾਂਝੀ ਜਥੇਬੰਦੀ ਬਣੀ, ਸੰਯੁਕਤ ਰਾਸ਼ਟਰ, ਯੂਨਾਈਟਿਡ ਨੇਸ਼ਨਸ। ਬਾਕੀ ਵੀ ਦੁਨੀਆ ਦਾ ਸਾਂਝਾ ਢਾਂਚਾ ਬਣਿਆ, ਜਿਸ ਵਿੱਚ IMF ਸੀ, ਇੰਟਰਨੈਸ਼ਨਲ ਮੋਨੀਟਰੀ ਫੰਡ, ਵਰਲਡ ਬੈਂਕ, ਇਹ ਸਭ ਬਣੇ। ਬ੍ਰੈਟਨ ਵੁਡਸ ਵਾਲੇ ਸਿਹਤ ਤੇ ਤੰਦਰੁਸਤੀ ਲਈ WHO ਬਣੀ, ਵਰਲਡ ਹੈਲਥ ਆਰਗੇਨਾਈਜੇਸ਼ਨ। ਕੱਲ੍ਹ ਨੂੰ ਭਾਈ ਕੋਈ ਕਰੋਨਾ ਵਰਗੀ ਬਿਮਾਰੀ ਆ ਜਾਏ, ਏਡਜ਼ ਆ ਜਾਵੇ। ਬੱਚਿਆਂ ਲਈ ਸੰਸਥਾ ਬਣੀ, UNESCO, ਫਿਰ UNICEF। 60ਵੇਂ ਵਿੱਚ ਤੀਜੀ ਦੁਨੀਆ ਦੇ ਗਰੀਬ ਮੁਲਕਾਂ ਦੇ ਵਿਕਾਸ ਲਈ UNDP ਬਣ ਗਿਆ, ਯੂਨਾਈਟਿਡ ਨੇਸ਼ਨਸ ਦਾ ਡਿਵੈਲਪਮੈਂਟ ਪ੍ਰੋਗਰਾਮ। ਦੁਨੀਆ ਦੋ ਧੜਿਆਂ ਵਿੱਚ ਵੰਡੀ ਗਈ ਸੀ, ਅਮਰੀਕੀ ਸਰਦਾਰੀ ਵਾਲਾ ਕੈਂਪ, ਉਹ ਨਾਟੋ ਵਾਲਾ ਕੈਂਪ, ਤੇ ਰੂਸ ਵਾਲਾ, ਸੋਵੀਅਤ ਯੂਨੀਅਨ ਵਾਲਾ ਕੈਂਪ। ਵਿੱਚ ਜੰਗਾਂ ਵੀ ਹੁੰਦੀਆਂ ਰਹੀਆਂ, ਕਦੀ ਕਦੀ ਕਿਸੇ ਦੋ ਮੁਲਕਾਂ 'ਚ, ਕਦੀ ਵੀਅਤਨਾਮ, ਅਮਰੀਕਾ, ਕਦੀ ਕੋਰੀਆ ਦੇ ਵਿੱਚ, ਪਰ ਇੱਕ ਤਾਲਮੇਲ ਵੀ ਕਾਇਮ ਰਿਹਾ। ਸੰਯੁਕਤ ਰਾਸ਼ਟਰ ਦਾ ਕੰਮ ਦੁਨੀਆ ਵਿੱਚ ਅਮਨ ਕਾਇਮ ਰੱਖਣਾ ਸੀ, ਯੁੱਧ ਰੋਕਣਾ। ਕੋਈ ਇੱਕ ਮੁਲਕ ਦੂਜੇ ਨਾਲ ਧੱਕਾ ਕਰੇ ਤਾਂ ਉਹਦਾ ਲੋੜੀਂਦਾ ਇਲਾਜ ਕਰਨਾ, ਤੇ ਦੁਨੀਆ ਦੇ ਦੇਸ਼ਾਂ ਦੇ ਵਿਚਕਾਰ ਗੱਲਬਾਤ, ਸੰਵਾਦ ਨੂੰ ਜਾਰੀ ਰੱਖਣਾ। ਸ਼ੀਤ ਯੁੱਧ ਖਤਮ ਹੋ ਗਿਆ, ਕੋਲਡ ਵਾਰ ਖਤਮ ਹੋ ਗਈ, 90ਵਿਆਂ ਤੱਕ ਆਉਂਦਿਆਂ ਅਮਰੀਕਾ ਦੀ ਸਰਦਾਰੀ ਹੋ ਗਈ, ਤਾਂ ਵੀ ਸੰਯੁਕਤ ਰਾਸ਼ਟਰ ਦੀ ਮਹੱਤਤਾ ਕਾਇਮ ਰਹੀ। ਵਿੱਚ ਬਹੁਤ ਸਾਰੇ ਲੋਕ ਇਹਦੇ ਵਿੱਚ ਨੁਕਸ ਵੀ ਕੱਢਦੇ ਰਹੇ ਕਿ ਇਹ ਸੰਸਥਾ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਹੀ। ਦੁਨੀਆ ਨੂੰ ਜਦੋਂ ਕਲਾਈਮੇਟ ਚੇਂਜ ਦਾ ਖਤਰਾ ਸਾਹਮਣੇ ਦਿਸਿਆ ਤਾਂ IPCC ਬਣ ਗਿਆ, ਇੰਟਰਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ। ਪਰ ਇਹਨਾਂ ਸਾਰੀਆਂ ਖਾਮੀਆਂ ਦੇ ਬਾਵਜੂਦ ਇੱਕ ਰੂਲਸ ਬੇਸਡ ਵਰਲਡ ਆਰਡਰ ਚੱਲਦਾ ਰਿਹਾ। ਰੂਲਸ ਬੇਸਡ ਵਰਲਡ ਆਰਡਰ ਯਾਨੀ ਦੁਨੀਆ ਦਾ ਇੱਕ ਨਿਯਮ ਨੇਮਾਂ ਵਾਲਾ ਨਿਜ਼ਾਮ ਡੱਕੋ ਡੋਲੇ ਖਾਂਦਾ। ਪਰ ਪਿਛਲੇ ਕੁਝ ਸਾਲਾਂ ਵਿੱਚ ਕੁਝ ਵੱਡੇ ਸਾਨ ਵੱਖ-ਵੱਖ ਮੁਲਕਾਂ ਵਿੱਚ ਨਮੂਦਾਰ ਹੋਏ ਨੇ। ਉਹਨਾਂ ਨੇ ਇਸ ਦੁਨੀਆ ਦੇ ਵੱਡੇ ਢਾਂਚੇ ਨੂੰ ਹੁੱਜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਫਿਰ ਆ ਗਿਆ ਉਹ ਲਾਲ ਟਾਈ ਲਾ ਕੇ ਸਭ ਤੋਂ ਵੱਡਾ ਝੋਟਾ, ਡੋਨਾਲਡ ਟਰੰਪ, ਅਮਰੀਕਾ ਦਾ ਰਾਸ਼ਟਰਪਤੀ। ਉਹਨੇ ਇਸ ਸਾਰੇ ਢਾਂਚੇ ਦੀ ਐਸੀ ਦੀ ਤੈਸੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਜਦੋਂ ਦੁਨੀਆ ਖਤਰਨਾਕ ਯੁੱਧ ਵੇਖ ਰਹੀ ਹੈ, ਯੂਕਰੇਨ ਵਿੱਚ, ਗਾਜ਼ਾ ਵਿੱਚ, ਸੀਰੀਆ, ਲੈਬਨਾਨ, ਯਮਨ, ਹਰ ਪਾਸੇ ਹਾਲਾਤ ਖਰਾਬ ਹਨ, ਤਾਂ ਇਸ ਹਫ਼ਤੇ ਟਰੰਪ ਨੇ ਸੰਯੁਕਤ ਰਾਸ਼ਟਰ ਵਿੱਚ ਐਸਾ ਭਾਸ਼ਣ ਦਿੱਤਾ ਹੈ, ਇਸ ਸਾਨ ਨੇ ਸਭ ਕੁਝ ਭੰਨ ਤੋੜ ਛੱਡਿਆ। ਮੋਟੇ ਤੌਰ ਉੱਤੇ ਤੁਸੀਂ ਸਮਝ ਲਵੋ ਕਿ ਸੰਯੁਕਤ ਰਾਸ਼ਟਰ ਦਾ ਫਾਤਿਹਾ ਪੜ੍ਹ ਦਿੱਤਾ। ਮਿੱਠੇ ਚੌਲ ਵੰਡੋ ਹੁਣ ਤੁਸੀਂ ਪੀਲੇ ਰੰਗ ਦੇ। ਦੁਨੀਆ ਭਰ ਦੇ ਮੁਲਕਾਂ ਵਿੱਚ ਅਫਰਾ ਤਫਰੀ ਮਚ ਗਈ ਹੈ। ਪਤਾ ਨਹੀਂ ਕੌਣ ਕਹਿੰਦਾ ਇਹ ਦੁਨੀਆ ਪਿੱਤਲ ਦੀ, ਦੁਨੀਆ ਤਾਂ ਕਾਗਜ਼ੀ ਹੈ ਪੈ ਰਹਿਣ। ਹੁਣ ਹਰ ਕੋਈ ਆਪਣਾ ਪੜ੍ਹਿਆ ਵਿਚਾਰ ਰਿਹਾ। ਇਜ਼ਰਾਈਲ ਬੰਬ ਸੁੱਟੀ ਜਾ ਰਿਹਾ, ਰੂਸ ਯੂਕਰੇਨ ਦੇ ਫੱਟੇ ਚੁੱਕੀ ਜਾ ਰਿਹਾ, ਅਮਰੀਕਾ ਕਦੀ ਭੁੜਕ ਕੇ ਇੱਧਰ ਤੇ ਕਦੀ ਉੱਧਰ ਜਾ ਰਿਹਾ, ਕਦੀ ਮਨਮਰਜ਼ੀ ਦੇ ਟੈਕਸ ਸਾਡੇ 'ਤੇ ਠੋਕੀ ਜਾ ਰਿਹਾ, ਤੇ ਟਰੰਪ ਸੰਯੁਕਤ ਰਾਸ਼ਟਰ ਦੀ ਲਾਸ਼ ਉੱਤੇ ਨੱਚੀ ਜਾ ਰਿਹਾ। ਮੈਨੂੰ ਪਤਾ ਨਹੀਂ ਕਿਉਂ, ਪਰ ਪੰਜਾਬ ਵਿੱਚ ਇਸ ਸਭ ਦੇ ਬਾਰੇ ਮੈਂ ਕੋਈ ਵਡੇਰੀ ਬਹਿਸ ਕਿਸੇ ਪਬਲਿਕ ਸਫੇਅਰ ਦੇ ਵਿੱਚ ਹੁੰਦੀ ਨਹੀਂ ਦੇਖ ਰਿਹਾ। ਕਦੀ ਸਮਾਂ ਸੀਗਾ, ਜੇ ਤੁਸੀਂ ਪਿੱਛੇ ਜਾ ਕੇ ਦੇਖੋ, 50ਵਿਆਂ ਵਿੱਚ, 60ਵਿਆਂ ਵਿੱਚ, ਈਵਨ 70ਵਿਆਂ ਤੱਕ ਵੀ, ਜੇ ਕੋਰੀਆ ਦੇ ਵਿੱਚ ਯੁੱਧ ਹੁੰਦਾ ਸੀ, ਵੀਅਤਨਾਮ ਦੇ ਵਿੱਚ ਵਾਰ ਲੱਗਦੀ ਸੀ, ਤਾਂ ਸਾਡੇ ਕਵੀ ਉਹਦੇ 'ਤੇ ਕਵਿਤਾਵਾਂ ਲਿਖਦੇ ਹੁੰਦੇ ਸੀ। ਜਿਵੇਂ ਕਦੀ ਫੈਜ਼ ਜੇਲ੍ਹ ਵਿੱਚ ਬੈਠੇ ਫਲਸਤੀਨ ਦੇ ਬੱਚੇ ਉੱਤੇ ਕਵਿਤਾ ਲਿਖਦੇ ਹੁੰਦੇ ਸੀ। ਪੰਜਾਬੀ ਪੂਰੀ ਦੁਨੀਆ ਦੇ ਨਾਲ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰਦੇ ਸੀ। ਪਰ ਹੁਣ ਇੰਨੀਆਂ ਵਰਲਡ ਚੇਂਜਸ ਦੇ ਬਾਵਜੂਦ ਇਹ ਬਹਿਸਾਂ ਸਾਡੇ ਮੁਆਸ਼ਰੇ ਦੇ ਵਿੱਚ ਨਹੀਂ ਦਿਖਾਈ ਦੇ ਰਹੀਆਂ। ਇਸੇ ਖੱਪੇ ਨੂੰ ਐਡਰੈਸ ਕਰਨ ਲਈ ਅਸੀਂ ਅੱਜ ਇਕੱਠੇ ਹੋਏ ਹਾਂ। ਮੈਂ ਦਾਵਤ ਦਿੱਤੀ ਹੈ ਡਾਕਟਰ ਆਸ਼ੂਤੋਸ਼ ਕੁਮਾਰ ਜੀ ਨੂੰ। ਡਾਕਟਰ ਆਸ਼ੂਤੋਸ਼ ਕੁਮਾਰ ਪੋਲੀਟੀਕਲ ਸਾਇੰਸ ਦੇ ਸ਼ੋਬੇ ਨਾਲ ਜੁੜੇ ਹੋਏ ਨੇ। ਸਾਊਥ ਏਸ਼ੀਆ ਦੇ ਵਿੱਚ ਹੀ ਨਹੀਂ, ਵੱਡੀਆਂ ਤਾਕਤਾਂ ਦੇ ਵੱਡੇ ਜਿਹੜੇ ਕੈਂਪਸ ਨੇ, ਨਾਟੋ ਦਾ, ਵਾਰਸਾ ਦਾ, ਇਹਨਾਂ ਵਿੱਚ ਆਪਸੀ ਤਾਲੁਕਾਤ ਕਿਵੇਂ ਰਹੇ, ਪੋਸਟ 90s ਇਹ ਦੁਨੀਆ ਦਾ ਨਵਾਂ ਸਵਰੂਪ ਕਿਵੇਂ ਬਣਿਆ, ਕਦੀ ਬਾਈਪੋਲਰ, ਫਿਰ ਯੂਨੀਪੋਲਰ, ਤੇ ਹੁਣ ਪਤਾ ਨਹੀਂ ਲੋਕ ਕਹਿ ਰਹੇ ਨੇ ਮਲਟੀਪੋਲਰ ਬਣਦਾ ਜਾ ਰਿਹਾ। ਇਸ ਸਭ ਨੂੰ ਬੜੀ ਨੇੜਿਓਂ ਪੜ੍ਹਦੇ ਨਜਿੱਠਦੇ ਨੇ। ਸਾਡੇ ਨਾਲ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਨੇ, ਇਹੀ ਕੰਮ ਕਰਦੇ ਆ। ਇਹਨਾਂ ਨੇ ਉਮਰ ਗੁਜ਼ਾਰੀ ਹੈ, ਇਹਨਾਂ ਨੇ ਆਪਣੇ ਸਾਹਮਣੇ ਉਹ ਸਾਰੇ ਡਿਟੈਂਟ ਬਣਦੇ ਦੇਖੇ ਨੇ, ਉਹ ਕੈਂਪ ਬਣਦੇ ਦੇਖੇ ਨੇ, ਢਹਿੰਦੇ ਦੇਖੇ ਨੇ। ਤੇ ਹੁਣ ਤੇ ਇਹਨਾਂ ਨੂੰ ਕੀ ਆਖੀਏ, ਕਿਸੇ ਨੂੰ ਨਹੀਂ ਸਮਝ ਆ ਰਿਹਾ ਵੀ ਦੁਨੀਆ ਦੇ ਵਿੱਚ ਅੱਗੋਂ ਹੋਣਾ ਕੀ ਹੈ। ਖਾਲਿਦ ਸਾਹਿਬ ਜੀ, ਹੋਣਾ ਕੀ ਹੈ? ਇਹ ਜੋ ਪਹਿਲਾਂ ਸੀ ਉਹ ਤੇ ਸਭ ਖਤਮ ਹੈ, ਤੇ ਹੁਣ ਨੋਬਡੀ ਕੈਨ ਸੇ ਵਾਟ ਵਿਲ ਹੈਪਨ ਟੁਮਾਰੋ। ਦੇਖੋ, ਤੁਸੀਂ ਆਪਣੇ ਭੂਮਿਕਾ 'ਚ ਇਹ ਗੱਲ ਕਹੀ ਹੈ ਕਿ ਰੂਲ ਬੇਸਡ ਵਰਲਡ ਆਰਡਰ ਜੀ। ਇਨਫੈਕਟ ਰੂਲ ਬੇਸਡ ਵਰਲਡ ਆਰਡਰ ਕਦੇ ਵੀ ਨਹੀਂ ਰਿਹਾ।
ਜੀ ਇਹ ਵੀ ਕਿਹਾ ਜਿਸ ਵਕਤ ਵੀ ਰੂਲ ਉਸ ਨੇ ਬਣਾਇਆ ਜਿਹੜਾ ਜੈਤੂ ਸੀਗਾ, ਹਮੇਸ਼ਾ ਹੀ ਉਹ ਬਣਾਉਂਦਾ ਸਰ। ਤੁਸੀਂ ਫਸਟ ਵਰਲਡ ਵਾਰ ਤੇ ਬਾਅਦ ਦੇਖ ਲਓ ਲੀਗ ਆਫ ਨੇਸ਼ਨਸ ਬਣੀ, ਕਿਹਨਾਂ ਨੇ ਬਣਾਈ? ਜਿਹੜੇ ਜੈਤੂ ਸੀਗੇ। ਅਮਰੀਕਾ ਉਹਦਾ ਪਾਰਟ ਨਹੀਂ ਬਣ ਸਕਿਆ, ਉਹ ਇੱਕ ਐਕਸੀਡੈਂਟਲ ਸੀਗਾ, ਕਿਉਂਕਿ ਅਮਰੀਕਾ ਦੀ ਸੈਨੇਟ ਨੇ ਮਨਜ਼ੂਰੀ ਨਹੀਂ ਦਿੱਤੀ ਵੀ ਅਸੀਂ ਨਹੀਂ ਬਣਨਾ ਵੀ ਜੀ। ਉਸ ਤੋਂ ਬਾਅਦ ਤੁਸੀਂ ਦੇਖੋ ਸੈਕੰਡ ਵਰਲਡ ਵਾਰ ਹੋਈ, ਸੈਕੰਡ ਵਰਲਡ ਵਾਰ ਦੇ ਵਿੱਚ ਰੂਲ ਸਥਾਪਿਤ ਕਰਨ ਦੀ ਕਿਹਨੇ ਕੋਸ਼ਿਸ਼ ਕੀਤੀ? ਉਹੀ ਜਿਹੜੇ ਜੈਤੂ ਪਾਵਰਾਂ ਸੀਗੀਆਂ। ਇਨਫੈਕਟ ਅਗਰ ਆਪਾਂ ਇਹ ਕਹੀਏ, ਇਹ ਯੂਨਾਈਟਿਡ ਨੇਸ਼ਨਸ ਸੈਕੰਡ ਵਰਲਡ ਵਾਰ ਦੀਆਂ ਜਿਹੜੀਆਂ ਵਿਨਰ ਪਾਵਰ ਸੀਗੀਆਂ, ਉਹਨਾਂ ਨੇ ਹੀ ਆਪਣੇ ਹੀ ਸੁਵਿਧਾ ਦੇ ਮੁਤਾਬਕ ਬਣਾਈ। ਇਸੇ ਕਰਕੇ ਵੀਟੋ ਪਾਵਰ ਆਪਣੇ ਕੋਲ ਰੱਖੀ। ਉਦੋਂ 26 ਕੋ ਕੰਟਰੀ ਸੀ, ਹੁਣ 193 ਨੇ, ਮਤਲਬ ਦੁਨੀਆ ਦਾ ਹਰ ਮੁਲਕ ਉਹਦਾ ਮੈਂਬਰ ਹੈ। ਜਿਸ ਵੇਲੇ ਯੂਨਾਈਟਿਡ ਨੇਸ਼ਨਸ ਬਣੀ ਹੈ 45 ਦੇ ਕਰੀਬ ਕੰਟਰੀ ਸੀਗੇ, ਔਰ ਅੱਜ 193 ਦੇ ਕੰਟਰੀ ਹੈਗੇ। ਲੇਕਿਨ ਉਹ ਜਿਹੜੇ ਉਸ ਵੇਲੇ 45 ਸੀਗੇ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਬਣੀ, ਉਹਦੇ ਵਿੱਚ WHO ਵੀ ਹੈ, ILO ਵੀ ਹੈ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਵੀ ਹੈ, ਇਕਨੋਮਿਕ ਐਂਡ ਸੋਸ਼ਲ ਕਾਉਂਸਲ ਵੀ ਹੈ, ਉਹਦੇ ਵਿੱਚ ਯੂਨੈਸਕੋ ਵੀ ਹੈ। ਉਹ ਸਾਰਾ ਕੁਝ ਜਿਹੜਾ ਬਣਾਇਆ ਗਿਆ, ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਹੈ ਮੋਟੀ ਔਰ ਬੇਸਿਕ ਜੋ ਕੋਰ ਹੈ, ਕੋਰ ਹੈਗੀ ਹੈ ਸਿਕਿਉਰਿਟੀ ਕਾਉਂਸਲ। ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ, ਸਿਕਿਉਰਿਟੀ ਕਾਉਂਸਲ ਦਾ ਕੰਮ ਹੈ। ਆਰਟੀਕਲ 1 ਜਿਹੜਾ ਹੈਗਾ ਸੰਯੁਕਤ ਰਾਸ਼ਟਰ ਦਾ, ਉਹ ਹੈਗਾ ਕਿ ਆਰਟੀਕਲ 1 ਕਹਿੰਦਾ ਹੈ ਕਿ ਅਸੀਂ ਕਾਹਦੇ ਵਾਸਤੇ ਬਣਿਆ ਵੀ? ਅਸੀਂ ਪੀਸ ਐਂਡ ਸਿਕਿਉਰਿਟੀ ਵਾਸਤੇ ਬਣਿਆ ਜੀ। ਉਹ ਪੀਸ ਐਂਡ ਸਿਕਿਉਰਿਟੀ ਜਿਹੜੀ ਹੈਗੀ ਆ, ਉਹ ਬਹੁਤ ਹੀ ਬੜੀ ਸਬਜੈਕਟਿਵ ਕਿਸਮ ਦੀ ਬਣ ਗਈ। ਮੈਂ ਕਹਾ ਵੀ ਇਹ ਪੀਸ ਐਂਡ ਸਿਕਿਉਰਿਟੀ ਹੈ ਕਿਉਂਕਿ ਮੈਂ ਵੀਟੋ ਪਾਵਰ ਆ ਮੇਰੇ ਕੋਲ ਯੂਨਾਈਟਿਡ ਨੇਸ਼ਨਸ ਦੇ ਵਿੱਚ। ਮੈਂ ਚਾਹੂੰਗਾ ਕੋਈ ਗੱਲ ਕਰਨ ਦਊਂਗਾ, ਚਾਹੂੰਗਾ ਕੋਈ ਗੱਲ ਨਹੀਂ ਕਰਨ ਦਊਂਗਾ। ਐਂਡ ਦਿਸ ਹੈਜ਼ ਬੀਨ ਹੈਪਨਿੰਗ। ਤੁਸੀਂ ਵੀਟੋ ਦਾ ਇਸਤੇਮਾਲ ਜਿਵੇਂ ਕੀਤਾ ਗਿਆ, ਮਤਲਬ ਉਹ ਵੀਟੋ ਆਪਾਂ ਇੰਨਾ ਕੁ ਸਮਝਾ ਦਈਏ ਵੀ 193 ਵਿੱਚੋਂ ਜੇ 192 ਦੇਸ਼ ਇੱਕ ਪਾਸੇ ਹੋਣ, ਨਹੀਂ 15 ਵਿੱਚੋਂ ਮੈਂ ਕਹਿ ਰਿਹਾ ਜੀ 193 ਵਿੱਚੋਂ 15 ਵਿੱਚੋਂ 14 ਇੱਕ ਪਾਸੇ ਹੋ ਜਾਣ, 193 ਵਿੱਚੋਂ 192 ਇੱਕ ਪਾਸੇ ਹੋ ਜਾਣ, ਤੇ 5 ਜਿਹੜੇ ਵੱਡੇ ਥਾਣੇਦਾਰ ਨੇ ਜਿਨ੍ਹਾਂ ਕੋਲ ਵੱਡੀ AK-47 ਹੈਗੀ ਹੈ, ਇੱਕ ਬੰਦਾ ਵੀ, ਹਾਂ ਉਹਨਾਂ ਚੋਂ ਇੱਕ ਵੀ, ਪੰਜਾਂ ਵਿੱਚੋਂ ਇੱਕ ਵੀ। ਤੁਸੀਂ ਦੇਖੋ ਇਹ ਹੈਗੇ ਨੇ ਅਮਰੀਕਾ, ਇੰਗਲੈਂਡ, ਬ੍ਰਿਟੇਨ, ਸੋਵੀਅਤ ਯੂਨੀਅਨ ਮਤਲਬ ਹੁਣ ਰੂਸ, ਚੀਨ ਤੇ ਫਰਾਂਸ। ਇਹ 5 ਵੀਟੋ ਪਾਵਰ ਨੇ। ਇਹਨਾਂ ਵਿੱਚੋਂ ਜੇ ਇੱਕ ਨੇ ਵੀ ਜਿਨ੍ਹਾਂ ਦੀ ਜੇਬ 'ਚ ਐਟਮ ਬੰਬ ਹੈਗਾ, ਇਨਫੈਕਟ ਮੈਂ ਤੁਹਾਨੂੰ ਦੱਸਾਂ, ਜੇ ਇੱਕ ਵੀ ਕਹਿ ਦੇਵੇ ਨਾ ਤੇ ਫਿਰ ਬਾਕੀ ਦੁਨੀਆ ਕੁਝ ਨਹੀਂ ਕਰ ਸਕਦੀ। ਦਰਸ਼ਕਾਂ ਵਾਸਤੇ ਮੈਂ ਇੱਕ ਗੱਲ ਦੱਸ ਦਿੰਦਾ ਜੀ ਕਿ ਸੰਯੁਕਤ ਜਿਹੜੀ ਸਿਕਿਉਰਿਟੀ ਕਾਉਂਸਲ ਹੈ, ਸਿਕਿਉਰਿਟੀ ਕਾਉਂਸਲ ਦਾ ਜਿਹੜਾ ਏਜੰਡਾ ਹੈ, ਏਜੰਡਾ ਵੀ ਪਹਿਲਾਂ ਇਹਨਾਂ ਦੇ ਰਿਪਰੈਜ਼ੈਂਟੇਟਿਵ ਨਾਲ ਡਿਸਕਸ ਹੁੰਦਾ ਵੀ ਆ ਲਿਆ ਸਕਦੇ ਹਾਂ। ਪ੍ਰੀ ਮੀਟਿੰਗ ਵੀਟੋ ਹੋ ਜਾਂਦੀ ਹੈ, ਆ ਨਾ ਲੈ ਕੇ ਆਈਓ ਨਾ ਅਸੀਂ ਵੀਟੋ ਕਰ ਦਿਆਂਗੇ। ਅਗਰ ਉਹ ਲੈ ਵੀ ਆਂਦੇ ਵੀਟੋ ਹੋ ਜਾਂਦੀ ਹੈ। ਦੈਟ ਮੀਨਸ ਕਿ ਜਿਹੜਾ ਤੁਸੀਂ ਰੂਲ ਬੇਸਡ ਵਰਲਡ ਆਰਡਰ ਹੈ, ਉਹ ਆਪਾਂ ਇਹ ਕਹਿ ਸਕਦੇ ਹਾਂ ਇਹ 5 ਵੀਟੋ ਪਾਵਰ ਬੇਸਡ ਵਰਲਡ ਆਰਡਰ ਹੈ। ਉਹ ਜੋ ਚਾਹਣਗੇ ਹੋਏਗਾ, ਨਹੀਂ ਹੋਏਗਾ। ਹੁਣ ਕੀ ਹੋ ਰਿਹਾ ਹੈ? ਸੰਯੁਕਤ ਰਾਸ਼ਟਰ ਨੂੰ ਹਾਈਜੈਕ ਕੀਤਾ। ਤੁਸੀਂ ਕੋਲਡ ਵਾਰ ਦੇ ਵਿੱਚ ਦੇਖ ਲਓ, ਤੁਸੀਂ ਇਰਾਕ ਦੇ ਉਹਦੇ ਵਿੱਚ ਕਨਫਲਿਕਟ ਦੇ ਵਿੱਚ ਦੇਖ ਲਓ, ਸੱਦਾਮ ਹੁਸੈਨ ਨੂੰ ਹਟਾਉਣ ਦਾ ਕਿਹਨੇ ਯੂਜ਼ ਕੀਤਾ ਵੀਟੋ ਇਹ ਸਿਕਿਉਰਿਟੀ ਕਾਉਂਸਲ ਨੂੰ? ਅਮਰੀਕਾ ਯੂਜ਼ ਕਰਦਾ। ਬਿਲਕੁਲ। ਅੱਜ ਜਿਹੜਾ ਹੈਗਾ ਉਹ ਜਿਹੜਾ ਤੁਸੀਂ ਰੈਫਰੈਂਸ ਦਿੱਤੀ ਹੈ ਟਰੰਪ ਦੀ ਗੱਲਬਾਤ ਦੀ, ਜਿਹੜੀ ਸਪੀਚ ਦਿੱਤੀ ਹੈ, ਉਹਦੇ ਵਿੱਚ ਤਾਂ ਉਹਨੇ ਬਿਲਕੁਲ ਹੀ ਸਾਰਾ ਕੁਝ ਹੀ ਧਵਸਤ ਕਰਤਾ ਹੋਇਆ। ਸਭ ਫੇਕ ਹੈ, ਸਭ ਜਾਲੀ ਹੈ। ਪਰ ਥੋੜਾ ਇਹ ਥ੍ਰੈਟ ਦਿੱਤਾ ਜਾਂਦਾ ਹੈ, ਟਰੰਪ ਨਾਲ ਰਲ ਵੀ ਰਹੇ ਹੋ। ਨਹੀਂ ਇਹ ਥ੍ਰੈਟ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਡੀ ਗ੍ਰਾਂਟ ਰੋਕ ਦੇਣੀ ਹੈ ਜੇ ਸਾਡੇ ਮੁਤਾਬਕ ਨਾ ਚੱਲੇ। ਐਂਡ ਦਿਸ ਇਜ਼ ਵਾਟ ਇਜ਼ ਹੈਪਨਿੰਗ। ਪਰ ਡਾਕਟਰ ਪ੍ਰੋਫੈਸਰ ਅਸ਼ੂਤੋਸ਼, ਬਹੁਤ ਸਾਰੀਆਂ ਚੀਜ਼ਾਂ ਯੂਨਾਈਟਿਡ ਨੇਸ਼ਨਸ ਨੇ ਕ੍ਰਿਟਿਸਾਈਜ਼ ਕੀਤੀਆਂ ਜਾ ਸਕਦੀਆਂ ਨੇ। ਟਰੰਪ ਨੇ ਬਹੁਤ ਸਾਰੇ ਉਹੀ ਕ੍ਰਿਟਿਸਾਈਜ਼ ਕੀਤਾ ਜੋ ਡਾਕਟਰ ਸਾਹਿਬ ਕਹਿ ਰਹੇ ਨੇ, ਜੋ ਖਾਲਿਦ ਸਾਹਿਬ ਕਹਿ ਰਹੇ ਨੇ। ਟਰੰਪ ਕਹਿੰਦਾ ਤੁਸੀਂ ਕਰਦੇ ਕੀ ਹੋ? ਵਾਰ ਤੁਸੀਂ ਨਹੀਂ ਰੋਕ ਸਕਦੇ, ਪੀਸ ਤੁਸੀਂ ਨਹੀਂ ਲਿਆ ਸਕਦੇ। ਉਹ ਕਹਿੰਦੇ ਮੈਨੂੰ ਵੇਖੋ, ਮੈਂ ਐਵੇਂ ਤਾਂ ਨਹੀਂ ਕਿਹਾ ਝੋਟਾ। 7 ਵਾਰਸ ਉਹ ਕਹਿੰਦਾ 7 ਤੇ ਜੰਗਾਂ ਮੈਂ ਰੁਕਵਾਈਆਂ ਨੇ, ਹਾਲੇ ਮੈਨੂੰ ਆਏ ਨੂੰ 8 ਮਹੀਨੇ ਹੋਏ ਨੇ, ਤੇ ਜੇ ਮੈਂ ਪਹਿਲਾਂ ਆ ਜਾਂਦਾ ਤੇ ਇਹ ਹੋਣੀਆਂ ਹੀ ਨਹੀਂ ਸੀ। ਇਹ ਹੋਈਆਂ ਵੀ ਤਾਂ ਨੇ, ਮੈਂ ਨਹੀਂ ਸੀ ਹੈਗਾ ਇੱਥੇ। ਅਮਰੀਕਾ ਵਾਲਿਆਂ ਨੇ ਗਲਤ ਲੋਕਾਂ ਨੂੰ ਚੁਣ ਲਿਆ ਤੇ ਮੈਂ ਆ ਗਿਆ ਤੇ 7 ਮੈਂ ਰੁਕਵਾ ਦਿੱਤੀਆਂ ਨੇ। ਤੇ ਉਹ ਤਾਂ ਜਿਹੜੇ ਕੰਟਰੀ ਦਾ ਜੋ ਨਾਮ ਉਹ ਲੈਂਦਾ, ਲੋਕੀ ਉਹੀ ਨਾਮ ਲੈਂਦੇ। ਉਹ ਤਾਂ ਅਜ਼ਰਬਾਈਜਾਨ ਦਾ ਨਾਮ ਹੀ ਕੁਝ ਹੋਰ ਲੈਂਦਾ ਹੈ, ਅਰਮੀਨੀਆ ਨੂੰ ਅਲਬਾਨੀਆ ਕਹਿੰਦਾ, ਇੰਡੀਆ ਪਾਕਿਸਤਾਨ ਤੇ ਤਾਂ 1000 ਇਅਰਸ ਇੰਡੀਆ ਪਾਕਿਸਤਾਨ ਦੀ ਕਹਿੰਦਾ ਕੋਈ 1500 ਸਾਲ ਤੋਂ 1000 ਸਾਲ ਤੋਂ ਜੰਗ ਚੱਲ ਰਹੀ ਹੈ। ਉਹਦੀ ਦੁਨੀਆ ਦਾ ਇਤਿਹਾਸ ਆਪਣਾ। ਪਰ ਭਾਈ ਜੋ ਉਹ ਕਰਦਾ ਉਹਦੇ ਨਾਲ ਦੁਨੀਆ ਸਾਰੀ ਤਹਿਸ ਨਹਿਸ ਹੋਈ ਹੈ। ਟੁੱਟਾ ਭੱਜਾ ਜਿੱਦਾਂ ਵੀ ਯੂਨਾਈਟਿਡ ਨੇਸ਼ਨ ਦਾ ਨਿਜ਼ਾਮ ਚੱਲ ਰਿਹਾ ਅੱਜ ਤੱਕ, ਉਹਦੇ ਨਾਲ ਹੀ ਇੰਨਾ ਕੁਝ ਬਣਿਆ ਹੋਇਆ। ਸਵਾਲ ਸੀ ਕਿ ਉਸ ਨੂੰ ਕੀ ਇੰਪਰੂਵ ਕੀਤਾ ਜਾ ਸਕਦਾ ਸੀ, ਕੀ ਰੈਡੀਕਲੀ ਰੀਇਮੈਜਿਨ ਕੀਤਾ ਜਾਵੇਗਾ। ਐਂਡ ਲੈਟ ਮੀ ਆਸਕ ਯੂ ਦਾ ਬਿਗਰ ਕੁਐਸਚਨ, ਸਭ ਤੋਂ ਵੱਡਾ ਸਵਾਲ ਕਿ ਜਿਹੜਾ 90ਵਿਆਂ ਦੇ ਵਿੱਚ, ਉਸ ਤੋਂ ਪਹਿਲਾਂ ਬਾਈਪੋਲਰ ਵਰਲਡ ਤੋਂ ਬਾਅਦ, ਫਿਰ ਯੂਨੀਪੋਲਰ ਤੋਂ ਬਾਅਦ, ਜਿਹੜਾ 90ਵਿਆਂ 'ਚ ਗਲੋਬਲਾਈਜੇਸ਼ਨ, ਲਿਬਰਲਾਈਜੇਸ਼ਨ ਦਾ ਦੌਰ ਆਇਆ, ਇਸ ਦਿਸ ਦਾ ਐਂਡ ਆਫ ਇਟ? ਕੀ ਹੁਣ ਸਭ ਉਹ ਖਤਮ ਹੋ ਚੁੱਕਾ ਹੈ? ਦਰਅਸਲ ਹੁਣ ਦੁਨੀਆ ਦਾ ਢਾਂਚਾ ਇੱਕ ਵਾਰੀ ਫਿਰ ਤੋਂ ਨਵੇਂ ਸਿਰਿਓਂ ਬਣ ਰਿਹਾ ਤੇ ਇਸ ਵੇਲੇ ਨਥਿੰਗ ਇਜ਼ ਫਿਕਸਡ। ਕੁਝ ਵੀ ਫਿਕਸ ਨਹੀਂ ਹੈਗਾ। ਹੁਣ ਕੁਝ ਵੀ ਹੋ ਸਕਦਾ, ਕੋਈ ਵੀ ਨੇਤਾ। ਮੈਂ ਹੋ ਸਕਦਾ ਚੀਨ ਵੱਡਾ ਕੈਂਪ ਹੋਵੇ ਤੇ ਅਸੀਂ ਚੀਨ ਦੇ ਕੈਂਪ ਵਿੱਚ ਹੋਈਏ। ਹੋ ਸਕਦਾ ਚੀਨ ਵੱਡਾ ਕੈਂਪ ਹੋਵੇ, ਅਸੀਂ ਚੀਨ ਦੇ ਸਾਹਮਣੇ ਮੁਕਾਬਲਤਨ ਅਮਰੀਕਾ ਵਾਲੇ ਕੈਂਪ ਦੇ ਵਿੱਚ ਹੋਈਏ।
ਐਂਡ ਤੁਸੀਂ ਹਾਲੇ ਇਹਦੇ ਬਾਰੇ ਸ਼ਰਤ ਨਹੀਂ ਲਾ ਸਕਦੇ ਕਿ ਸਭ ਕੁਝ ਇੰਨਾ ਫਲੂਇਡ ਹੈ। देखो ना 1990s में ये फुकुयामा ने कहा था ना एंड ऑफ हिस्ट्री, और वो हुआ था कि थर्ड वेव ऑफ डेमोक्रेसी, फोर्थ वेव ऑफ डेमोक्रेसी, थ्री गिडेंस का था कि भाई अब तो लिबरलिज्म है और डेमोक्रेसी है, पीस है, डेवलपमेंट है, वो सारी चीजें अब फिर से ट्रांजिशन पे। आपने बिल्कुल सही कहा कि अब एक नया वर्ल्ड ऑर्डर नजर आ रहा है जो बिल्कुल वर्ल्ड ऑर्डर है ही नहीं, इसमें डिसऑर्डर है। वी शुड से द न्यू, जैसा थाली साहब ने कहा, रूललेस वर्ल्ड, रूललेस वर्ल्ड, माइट इज राइट। और ये बिल्कुल ही एक समय लग रहा था आइडियोलॉजी मैटर करती है, अब तो आइडियोलॉजी या पीस एजेंडा ये सब मैटर ही नहीं करता, अब तो माइट इज राइट। इंटरबैलिस्टिक मिसाइल मैटर करती हैं, जिसकी लाठी उसकी भैंस जो कहते हैं ना। अभी देखो यूक्रेन में क्या हुआ है, रशिया ने यूक्रेन के साथ जो किया, कहीं से भी वहां पे इंटरनेशनल जो लॉ है या जो वर्ल्ड ऑर्डर या यूएन का जो एजेंडा है उसने परवाह की ਨਹੀਂ ਇੱਥੇ ਤਾਂ ਮਿੱਠੀ ਮਿੱਠੀ ਗੱਲ ਕਰਨੀ ਹੁੰਦੀ। ਉਹ ਮੈਂ ਨੇਤਾ ਨਿਊਜ਼ ਨੂੰ ਦੇਖ ਰਿਹਾ ਸੀ, ਉਹਨੇ ਨਕਸ਼ਾ ਹੱਥ 'ਚ ਫੜਿਆ ਦੁਨੀਆ ਦਾ, ਉਹ ਕਹਿੰਦਾ ਇਹਦੇ ਤੇ ਮੈਂ ਬੰਬ ਸੁੱਟਤੇ ਹੈ, ਇਹਨਾਂ ਤੇ ਵੀ ਸੁੱਟਤੇ ਹੈ, ਇਹ ਈਰਾਨ ਦੇ ਸਾਇੰਟਿਸਟ ਵੱਡੇ ਵੱਡੇ ਇਹ ਮੈਂ ਮਾਰ ਦਿੱਤੇ ਨੇ, ਇਹਦੇ ਫਟੇ ਚੱਕ ਦਿੱਤੇ ਨੇ, ਇਹਦੀ ਵਾਰੀ ਆਉਣ ਵਾਲੀ ਹੈ, ਇਹਨੂੰ ਮੈਂ ਹੋਰ ਕੁੱਟਾਂਗਾ। ਇਹ ਯੂਨਾਈਟਿਡ ਨੇਸ਼ਨ 'ਚ ਭਾਸ਼ਣ ਹੋ ਰਿਹਾ, ਤੁਸੀਂ ਦੇਖੋ ਕੀ ਦੁਨੀਆ ਦਾ ਬਣੇਗਾ। एंड ही, और हालांकि चेयर सारे एम्प्टी थे, but then he is, Israel is a small country, it is standing up before the entire world। ਇਜ਼ਰਾਈਲ ਦੇ ਵਿੱਚ ਪੂਰਾ ਅਮਰੀਕਾ ਹੈਗਾ ਜੀ ਨਾਲ, ਸਮਾਲ ਕੰਟਰੀ ਤਾਂ ਹੈ ਹੀ ਨਹੀਂ ਨਾ, ਨਾਲ ਅਮਰੀਕਾ ਭਾਈ, अमेरिका साथ है। हाँ। जैसे अभी पाकिस्तान के साथ चाइना था, है ना। ਉਹ ਹੁਣ ਤੁਸੀਂ ਡਰਾਈ ਜਾਂਦੇ ਸਾਰੇ, ਇਹ ਹੀ ਤਾਂ ਪੁੱਛਣਾ ਤੁਹਾਨੂੰ ਸਾਰਾ ਕੁਝ ਮੈਂ, ਵਰਲਡ ਆਰਡਰ ਤਾਂ ਸਾਰਾ ਉਲਟਾ ਸਿੱਧਾ ਹੋ ਜਾਂਦਾ तो सारे उल्टे पुल्टे हो रहे हैं। लेकिन इससे पीछे वही है कि योर मिलिट्री हार्डवेयर पावर, यू नो, द सॉफ्टवेयर इज गॉन। जो सॉफ्टवेयर होती थी, जो फॉरेन पॉलिसी की कि लाइक इंडिया एज अ पीस लविंग कंट्री और लाइक स्टैंडिंग फॉर द ग्लोबल पीस, नॉन इंटरफेरेंस, ये सारी चीजें अब ताक पे हैं। अब बिल्कुल जिस चीज जहाँ चल रही है चलाओ। 17ਵੀਂ 18ਵੀਂ ਸਦੀ ਹੁੰਦੀ ਸੀ, ਇੱਕ ਰਾਜੇ ਨੂੰ ਲੱਗਦਾ ਸੀ ਹੁਣ ਮੈਂ ਮਜ਼ਬੂਤ ਹੋ ਗਿਆ, ਮੇਰੇ ਕੋਲ ਫੌਜ ਹੈ, ਚਲੋ ਗੁਆਂਢੀ ਰਾਜ ਦੇ ਉੱਤੇ ਹਮਲਾ ਕਰ ਦਿਆ, ਆਪਾਂ ਇਹਦੇ ਤੇ ਕਬਜ਼ਾ ਕਰੀਏ। ਜਦੋਂ ਇਹ ਵਰਲਡ ਆਰਡਰ ਆ ਗਿਆ ਸੀ, ਇਹ ਖਤਮ ਹੋ ਗਿਆ ਸੀ, ਹੁਣ ਉਹ ਕੀ ਦੁਬਾਰਾ ਸਟਾर्ट हो सकता। एक बात और मैं कहना चाहता हूँ, हालांकि मैं आईआर एक्सपर्ट नहीं हूँ, खालिद साहब हैं। ट्रम्प का जो सोच है ना, ट्रम्प की सोच वो जियोपॉलिटिकल सोच ही नहीं है। ट्रम्प डजन थिंक इन टर्म्स ऑफ, देखिए जैसे इंडिया और यूएस रिलेशनशिप है, वहां पे पहले इंडिया वाज वेरी इंपॉर्टेंट फॉर यूएस, क्योंकि वो चाइना से वो हेजेमनी, ग्लोबल साउथ, चाइना अपना प्रभाव बढ़ा रहा है, तो इंडिया वुड बी काउंटर वेट लाइक दिस। ये सोच ही नहीं है ट्रम्प की। ट्रम्प की सोच है कि चाइना इज इमर्जिंग इकोनॉमिक पावर, इंडिया इज, ही थिंक्स लाइक अ बिजनेसमैन, ਉਹਨੇ ਵੀ ਇਹਦੇ ਕੋਲ ਕਿੰਨੇ ਪੈਸੇ ਨੇ, ਇਹਦੀ ਮਾਰਕੀਟ ਕਿੰਨੀ ਕੁ ਵੱਡੀ ਹੈ, ਸਾਡੇ ਤੋਂ ਕੀ ਖਰੀਦਦਾ, ਅਸੀਂ ਇਹਨੂੰ ਕੀ ਵੇਚਦੇ ਆ, ਬਸ ਇਹਦਾ ਹਿਸਾਬ ਕਿਤਾਬ ਕਰੋ। he doesn't have a global perspective। ਸ਼ਾਮ ਨੂੰ ਦੇਖਦਾ ਵੀ ਅੱਛਾ ਖਰੀਦਦੇ ਬੜਾ ਘੱਟ ਹੈ, ਵੇਚਦੇ ਬੜਾ ਜ਼ਿਆਦਾ, ਕਹਿੰਦਾ ਲਾਓ ਇਹਨਾਂ ਤੇ ਟੈਕਸ 50% ਲਗਾ ਦਿਓ। ਅੱਛਾ ਕੱਲ ਕਹਿੰਦਾ ਲਾਓ 100% ਉਹ ਫਾਰਮਾਸਿਊਟੀਕਲ ਦੇ ਉੱਤੇ, he is saying that ਬ੍ਰਾਂਡਡ ਦੇ ਉੱਤੇ ਲਾਓ 100%, he is going to do it। हाँ, कर देगा वो जी, बिल्कुल यही है ना, अभी यही वर्ल्ड ऑर्डर है। डॉक्टर साहब ये और ये चीज और है, मैं एक लास्ट अंतिम चीज कहना चाहूँ। एक मुझे ये भी लग रहा है, हालांकि मैं इंडिया को मतलब देखता हूँ, आई एम इंडिया स्पेशलिस्ट, लेकिन अमेरिकन जो सिस्टम है इसमें प्रेसिडेंट हैज सच अ ओवरवेलमिंग इन्फ्लुएंस ऑन शेपिंग द फॉरेन पॉलिसी। हमने कभी इतना सोचा नहीं था, ਕੈਨੇਡੀ ਇਹ ਸਭ ਸੁਣਤੇ ਥੇ। ਦੇਖੋ ਇਹ ਤਾਂ ਓਬਾਮਾ ਨੂੰ ਵੀ ਨਹੀਂ ਸੀ ਪਤਾ ਵੀ ਅਮਰੀਕਾ ਦੇ ਰਾਸ਼ਟਰਪਤੀ ਕੋਲ ਇੰਨੀਆਂ ਸ਼ਕਤੀਆਂ ਹੁੰਦੀਆਂ ਨੇ, ਇਹ ਤਾਂ ਜਿਹਨੇ ਐਟਮ ਬੰਬ ਸੁੱਟੇ ਉਹਨੂੰ ਨਹੀਂ ਸੀ ਪਤਾ, ਹੈਰੀ ਟਰੂਮਨ ਨੂੰ ਨਹੀਂ ਸੀ ਪਤਾ, ਇਹ ਟਰੰਪ ਨੇ ਆ ਕੇ ਪਤਾ ਕੀਤਾ ਕਿ ਮੇਰੇ ਕੋਲ ਇਹ ਵੀ ਸ਼ਕਤੀ ਹੈ ਕਿ ਮੈਂ FBI ਦੇ ਫਾਰਮਰ ਡਾਇਰੈਕਟਰ ਦੇ ਉੱਤੇ ਕੇਸ ਚਲਾ ਦਿਆਂ, ਜੇਮਸ ਕੋਮੇ ਦੇ ਉੱਤੇ ਉਹਨੇ ਇੰਡਾਈਟ ਕਰਾ ਦਿੱਤਾ, ਵਾਟਐਵਰ ਆਈ ਵਾਂਟ ਆਈ ਕੈਨ ਡੂ ਇਟ, ਮਤਲਬ ਕੁਝ ਵੀ ਕਰ ਸਕਦਾ। ਹਾਂ ਉਹਨੇ ਉਹ ਕਹਿੰਦਾ ਵੀ ਹੈ ਕਿ ਜੇ ਅਮਰੀਕਾ ਦਾ ਰਾਸ਼ਟਰਪਤੀ ਕਰਦਾ, ਯੂ ਆਰ ਟਾਕਿੰਗ ਟੂ ਮੀ, योर ਕੰਟਰੀ ਵਿਲ ਸਫਰ। आपने सुना होगा बिल्कुल बिल्कुल। एक ਆਸਟ੍ਰੇਲੀਆ ਦੇ ਰਿਪੋਰਟਰ ਨੂੰ ਟਰੰਪ ਨੇ ਕਿਹਾ ਕਿ ਤੂੰ ਮੇਰੇ ਨਾਲ ਇਦਾਂ ਗੱਲ ਕਰ ਰਿਹਾ, ਦੇਖੀ ਤੇਰੇ ਦੇਸ਼ ਨੂੰ ਹੋਣੇ ਦੀ ਕੀਮਤ ਦੇਣੀ ਪਏਗੀ। मैं दसदा ਡਾਕਟਰ ਸਾਹਿਬ, ਮੈਂ ਸਾਨ ਝੋਟਾ ਸਾਹਿਬ ਬੜਾ ਪੋਲਾਈਟ ਕਹਿ ਰਿਹਾ ਸੀ, ਹਾਂ ਇਸ ਤਰ੍ਹਾਂ ਦੀ ਬੜਾ ਪੁੱਤਰਿਆ ਹੋਇਆ। ਜਿਸ ਵੇਲੇ ਇਰਾਕ ਦੇ ਕ੍ਰਾਈਸਿਸ ਚੱਲ ਰਿਹਾ ਸੀਗਾ, ਯਮਨ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਸੀਗਾ, ਯਮਨ ਨੇ ਮਤਲਬ ਵੋਟ ਨਹੀਂ ਪਾਈ ਅਕੋਰਡਿੰਗ ਟੂ ਅਮਰੀਕਾ। ਅਗਲੇ ਦਿਨ ਸਾਊਦੀ ਅਰਬ ਨੂੰ ਕਹਿਤਾ ਵੀ ਜਿੰਨਾ ਵੀ ਯਮਨੀ ਵਰਕਰ ਤੁਹਾਡੇ ਕੰਮ ਕਰ ਰਿਹਾ ਸਭ ਕੱਢ ਦਿਓ ਬਾਹਰ, ਐਂਡ ਇਟ ਹੈਪਨਡ। ਹਾਂ ਉਹਨੇ ਕਿ ਸਾਊਦੀ ਦਾ ਹੌਤੀ ਕਹਿ ਕੇ ਚੜ ਜਾਣਗੇ, ਕਹਿ ਰਿਹਾ ਨਾ, ਉਹ ਹੌਤੀ ਕਹਿ ਕੇ ਚੜ ਗਏ ਨਾ, ਤੇ ਹੌਤੀ ਹੈਗੇ ਨੇ। ਇਹ ਜਿਹੜੀ ਹੈਗੀ ਹੈ ਨਾ, ਇਹ ਕ੍ਰਾਈਸਿਸ ਜਿਹੜਾ ਹੈਗਾ, ਇਹ ਕ੍ਰਾਈਸਿਸ ਕੁਝ ਲੋਕ ਕਹਿੰਦੇ ਆ ਇੱਕ ਨਵੀਂ ਕੋਲਡ ਵਾਰ ਸ਼ੁਰੂ ਹੋ ਰਹੀ ਹੈ।
ਉਹ ਨਵੀਂ ਕੋਲਡ ਵਾਰ ਕੁਝ ਕਹਿੰਦੇ ਆ ਮਲਟੀਪੋਲਰ ਵਰਲਡ ਤਾਂ ਹੈ ਹੀ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਜਿਵੇਂ ਮਿਜ਼ਾਈਲਾਂ ਚੱਲ ਰਹੀਆਂ ਨੇ, ਮੈਨੂੰ ਲੱਗਦਾ ਨਵੀਂ ਹੌਟ ਵਾਰ ਸ਼ੁਰੂ ਹੋ ਰਹੀਆਂ everybody is on his own, every country is on its own, every country is on its own। ਲੇਕਿਨ ਇੱਕ ਚੀਜ਼ ਹੈਗੀ ਹੈ ਕਿ ਜਿਹੜੀ ਆਈਡੀਓਲੋਜੀ ਦਿਸ ਇਜ਼ ਆਲ ਗੋਨ, all gone, ਇਹ ਵਿਚਾਰਧਾਰਾ ਦੀ ਅਸੀਂ Nobody is ਦਿੱਤੀ ਸੀ, pretending। ਇਹ ਯਥਾਰਥਵਾਦ ਹੈ, ਯਥਾਰਥਵਾਦ, ਇਹ ਰੀਅਲਿਸਮ ultra realism। ਆ ਕੇ ਦੁਬਾਰਾ ਗੱਲ ਕਰਦੇ ਹਾਂ ਵੀ ਇਹ ਜੋ ਸਭ ਅਸੀਂ ਦੇਖ ਰਹੇ ਹਾਂ ਇਹ ਪਹਿਲਾਂ ਕਦੋਂ ਦੇਖਿਆ ਸੀਗਾ, ਮਤਲਬ ਅਸੀਂ ਕਿਹਦੇ ਨਾਲ ਕੰਪੇਅਰ ਕਰੀਏ ਕਿ ਪਹਿਲਾਂ ਵਰਲਡ ਆਰਡਰ ਕੀ ਹੁੰਦਾ ਸੀ, ਉਦੋਂ ਕਦੋਂ ਵਿਗੜਿਆ ਸੀ, ਕਿਵੇਂ ਡਿੱਗ ਪਿਆ ਸੀ। ਥੋੜਾ ਜਿਹਾ ਜੇ ਆਪਾਂ ਉਹਨੂੰ ਦੇਖ ਲਈਏ ਤਾਂ ਫਿਰ ਸਮਝਾਂਗੇ ਕਿ ਜੋ ਹੋ ਰਿਹਾ ਹੈ ਉਹ ਕਿੰਨਾ ਕੁ ਮਹੱਤਵਪੂਰਨ ਹੈ, ਕਿੰਨਾ ਕੁ ਇੰਪੋਰਟੈਂਟ ਹੈ। ਵੀ ਮੀਟ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਨਵੇਂ ਵਰਲਡ ਆਰਡਰ ਦੇ ਉੱਤੇ, ਜਿਸ ਤਰੀਕੇ ਦੇ ਨਾਲ ਪਿਛਲੀ ਦੁਨੀਆ ਦਾ ਜਿਹੜਾ ਢਾਂਚਾ ਹੈ ਸਾਰਾ, ਯੂਨਾਈਟਿਡ ਨੇਸ਼ਨਸ ਦਾ, ਸੰਯੁਕਤ ਰਾਸ਼ਟਰ ਦਾ, ਹੋਰ ਵਿਸ਼ਵ ਦੇ ਜਿਹੜੇ ਗਲੋਬਲ ਇੰਸਟੀਚਿਊਟਸ ਬਣੇ ਨੇ ਉਹ ਜਿੱਦਾਂ ਤਹਿਸ-ਨਹਿਸ ਹੋਏ ਨੇ, ਤੇ ਜਿਹੜਾ ਤਮਾਸ਼ਾ ਇਸ ਹਫਤੇ ਦੁਨੀਆ ਨੇ ਦੇਖਿਆ ਯੂਨਾਈਟਿਡ ਨੇਸ਼ਨਸ ਦੇ ਵਿੱਚ, ਉਸ ਤੋਂ ਬਾਅਦ ਇਹ ਅੱਗੋਂ ਦੁਨੀਆ ਕਿੱਧਰ ਨੂੰ ਜਾਏਗੀ, ਕਿਹੜਾ ਦੇਸ਼ ਕਿਹਦੇ ਨਾਲ ਜਾ ਰਲੇਗਾ। ਸਾਡੇ ਨਾਲ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਨੇ ਤੇ ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਨੇ, ਦੋਨੋਂ ਪੋਲੀਟੀਕਲ ਸਾਇੰਸ ਦੇ, ਰਾਜਨੀਤਿਕ ਵਿਗਿਆਨ ਦੇ ਸ਼ਾਸਤਰੀ ਨੇ। ਪ੍ਰੋਫੈਸਰ ਆਸ਼ੂਤੋਸ਼, ਇਹ ਪਿਛਲੀਆਂ ਜੇ 2 ਕੁ ਸਦੀਆਂ ਨੂੰ ਆਪਾਂ ਲੈ ਲਈਏ, 2 ਸੈਂਚਰੀਜ਼ ਨੂੰ, ਮੈਂ ਵੈਸੇ ਅੰਦਾਜ਼ੇ ਦੇ ਨਾਲ ਕਹਿ ਰਿਹਾ ਵੀ 4 ਕੁ ਵਾਰੀ ਆਪਾਂ ਸੋਚ ਸਕਦੇ ਹਾਂ, ਜਾਂ ਤੁਸੀਂ ਉਹਨੂੰ ਜੇ 3 ਵਾਰੀਆਂ 'ਚ ਗਿਣਨਾ ਵੀ ਵਰਲਡ ਆਰਡਰ ਜਿਹੜਾ ਉੱਤੇ ਥੱਲੇ ਹੋਇਆ। ਜਦੋਂ ਨੈਪੋਲੀਅਨ ਹਾਰਦਾ ਹੈ ਅਰਲੀ 19th ਹੈ ਜੀ, ਵੈਸਟਫੇਲੀਆ ਦੀ ਟ੍ਰੀਟੀ ਲੜੋ 1648 ਵਿੱਚ, ਹੈ ਨਾ, 1648 ਦੀ, ਹੈ ਨਾ। ਇੱਕ ਉਹ ਹੈ, ਇੱਕ ਉਸ ਵੇਲੇ ਇੱਕ ਵਰਲਡ ਆਰਡਰ ਜਿਹਾ ਇੱਕ ਥੋੜਾ ਜਿਹਾ ਬਣਦਾ ਵੀ ਅੱਛਾ ਹੁਣ ਦੁਨੀਆ ਇਦਾਂ ਦੀ ਹੋ ਗਈ। ਫਿਰ ਟ੍ਰੀਟੀ ਆਫ ਵਰਸੇਲਸ ਹੈ, ਉਹ ਤੇ 1918 ਦੇ ਆਸ-ਪਾਸ ਹੋ ਗਈ। ਪੋਸਟ ਜੀ ਜਿਹੜਾ 1648 ਹੈ ਉੱਥੋਂ ਕਿਹਾ ਜਾਂਦਾ ਹੈ ਬਿਗਨਿੰਗ ਆਫ ਇੰਟਰਨੈਸ਼ਨਲ ਨੇਸ਼ਨ ਸਟੇਟਸ ਤੇ ਸੋਵਰੇਨਿਟੀ ਦਾ ਕਨਸੈਪਟ ਬਣਿਆ ਵੀ ਇਹ ਨੇਸ਼ਨ ਸਟੇਟਸ ਹੋਣਗੇ। ਆਪਸ ਵਿੱਚ ਲੜਦੇ ਤਾਂ ਰਹਿੰਦੇ ਸੀਗੇ, ਉਹਨਾਂ ਨੇ ਕੀ ਆਰਡਰ ਕ੍ਰੀਏਟ ਕਿਸੇ ਹੱਦ ਤੱਕ ਉਹ ਅਜੇ ਵੀ ਕਾਇਮ ਹੈ। ਵੀ ਸਟਿਲ ਸਟਿਕ ਟੂ ਵੈਸਟਫੇਲੀਆ। ਆਈ ਵਿਲ ਡਿਸਐਗਰੀ ਵਿਦ ਦਿਸ ਕਿ ਟ੍ਰੀਟੀ ਆਫ ਵਰਸਾਈ ਕਿਸੇ ਨੇ, ਟ੍ਰੀਟੀ ਆਫ ਵਰਸੇਲਸ ਜਾਂ ਵਰਸਾਈ ਕਿਸੇ ਤਰੀਕੇ ਨਾਲ ਇੱਕ ਵਰਲਡ ਆਰਡਰ ਕ੍ਰੀਏਟ ਕਰਨ ਦੇ ਵਿੱਚ ਕਾਮਯਾਬ ਹੋਈ। ਨਹੀਂ ਕ੍ਰੀਏਟ ਨਹੀਂ, ਪਹਿਲੇ ਵਾਲਾ ਮਿਟ ਗਿਆ ਬਿਕॉज ਇਟ ਐਂਡਡ ਵਿਦ ਦ वर्ल्ड वार्स। ਉਸ ਤੋਂ ਬਾਅਦ 2 वर्ल्ड वार हुई। बीच में एक और फेज आता है 1846 के आसपास, बहुत सारे कंट्रीज अपने कॉन्स्टिट्यूशन बनाते हैं, लैटिन अमेरिकन कंट्रीज एंड ऑल, और वो भी एक फेज मॉडर्निटी आने लगती है, आधुनिकता आ रही है। बिल्कुल बिल्कुल। फिर ਜਿਹੜੇ ਇਹ 2 ਵਰਲਡ ਵਾਰਸ ਹੁੰਦੀਆਂ, फिर ਜਿਹੜਾ ਇਹ 1945 ਵਾਲਾ ਇਹ ਨਵਾਂ ਆਰਕੀਟੈਕਚਰ ਬਣਦਾ ਹੈ ਜਿਹੜਾ ਅਸੀਂ इस बीच में बहुत सारी डेमोक्रेसी बनती हैं, बिगड़ती हैं। हाँ, इस पे ਉਹਦੇ ਕਲੋਨੀਅਲ ਪਾਵਰ ਸਾਰੀਆਂ ਖਤਮ ਹੁੰਦੀਆਂ ਨੇ। ਉਹ ਤਾਂ ਖਾਸ ਤੌਰ ਤੇ 50 60 70s ਦੇ ਵਿੱਚ ਇੱਕ ਅਫਰੀਕਾ ਵਗੈਰਾ, ਖਾਸ ਤੌਰ ਤੇ ਏਸ਼ੀਆ ਅਫਰੀਕਾ ਦੇ ਵਿੱਚੋਂ ਜਿਵੇਂ ਉਹ ਵੱਡੇ ਦੇਸ਼ ਬਾਹਰ ਧੱਕੇ ਮਾਰ ਕੇ ਕੱਢੇ ਜਾਂਦੇ ਨੇ, ਅਸੀਂ ਵੀ ਕੱਢੇ ਨੇ, ਅੰਗਰੇਜ਼ ਉੱਥੋਂ ਕੱਢੇ ਨੇ। पोस्ट 45 ਆਰਕੀਟੈਕਚਰ ਜਿਹੜਾ ਇਟ ਵਾਸ ਲੈਡ ਬਾਈ ਯੂਨਾਈਟਿਡ ਨੇਸ਼ਨਸ, ਭਾਈ ਇਹਦਾ ਸੰਯੁਕਤ ਰਾਸ਼ਟਰ ਦਾ ਲੀਡਰ ਹੋਏਗਾ ਔਰ ਬੇਸਿਕਲੀ ਅਮਰੀਕਾ ਨਾਲ ਇਹਦਾ ਲੀਡਰ ਹੋਏਗਾ। ਦੁਨੀਆ ਦਾ ਵੱਡਾ ਥਾਣੇਦਾਰ ਅਸੀਂ ਅਮਰੀਕਾ ਨੇ ਆਪਣੇ ਆਪ ਨੂੰ ਥਾਪ ਲਿਆ, ਰੂਸ ਨੇ ਆਪਣੇ ਆਪ ਨੂੰ ਥਾਪ ਲਿਆ, 2 ਵੱਡੇ ਥਾਣੇਦਾਰ ਲੱਗ ਗਏ। 1990 ਦੇ ਵਿੱਚ ਆ ਕੇ ਥਾਣੇਦਾਰ ਕੱਲਾ ਇੱਕ ਰਹਿ ਗਿਆ, ਰੂਸ ਟੁੱਟ ਗਿਆ, ਯੂਨੀਪੋਲਰ ਜਿਹਾ ਇੱਕ ਬਣ ਗਿਆ, ਵਾਰਸਾ ਪੈਕਟ ਖਤਮ ਹੋ ਗਿਆ ਕਿ ਭਾਈ ਇਹ ਨਿਊ ਵਰਲਡ ਆਰਡਰ ਬਣਿਆ, ਜਿਹਨੂੰ ਅਸੀਂ ਹੁਣ ਨਿਊ ਵਰਲਡ ਆਰਡਰ ਕਹਿ ਰਹੇ ਸੀ। ਇਹ ਨਿਊ ਵਰਲਡ ਆਰਡਰ 1990 ਤੋਂ ਬਾਅਦ ਬਣ ਗਿਆ ਸੀ। ਹੁਣ ਜਿਹੜਾ ਕੁਝ ਹੋ ਰਿਹਾ ਹੈ ਉਹ ਵਰਲਡ ਆਰਡਰ ਢਹਿ ਢੇਰੀ ਹੋ ਰਿਹਾ, ਤਾਸ਼ ਦੇ ਪੱਤੇ ਵਾਂਗੂ ਠਕ 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 ਗਿਰਦਾ ਹੀ ਜਾ ਰਿਹਾ। ਸੋ ਉਹਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇੱਕ ਦਿਨ ਤਾਂ ਅਸੀਂ ਚੀਨ ਦੇ ਖਿਲਾਫ ਆ ਤੇ ਅਸੀਂ ਅਮਰੀਕਾ ਨਾਲ ਹੱਥ ਮਿਲਾਉਂਦੇ ਹਾਂ, ਚੀਨ ਪਾਕਿਸਤਾਨ ਨੂੰ ਦੇ ਰਿਹਾ ਹੈ ਰਡਾਰ ਤੇ ਸਾਡੀ ਪਾਕਿਸਤਾਨ ਨਾਲ ਜੰਗ ਹੋ ਰਹੀ ਹੈ। ਅਗਲੇ ਦਿਨ ਅਸੀਂ ਚੀਨ ਕੋਲ ਚਲੇ ਜਾਂਦੇ ਹਾਂ ਵੀ ਅਸੀਂ SCO ਦੀ ਸਮਿਟ ਮੀਟਿੰਗ ਚਲੇ ਗਏ ਹਾਂ, ਹੁਣ ਸਾਡਾ ਚੀਨ ਨਾਲ ਦੋਸਤੀ ਹੋ ਗਈ ਹੈ, ਅਮਰੀਕਾ ਨਾਲ ਸਾਡੀ ਵਿਗੜ ਗਈ ਹੈ। ਉਧਰੋਂ ਪਤਾ ਲੱਗਦਾ ਹੈ ਵੀ ਪਾਕਿਸਤਾਨ ਸਾਊਦੀ ਅਰੇਬੀਆ ਕੋਲ ਚਲਾ ਗਿਆ, ਉਹਨਾਂ ਨੇ ਆਪਸ ਵਿੱਚ ਕੀ ਕੀਤਾ ਜੀ, ਇਹ ਸਟ੍ਰੈਟੇਜਿਕ ਪੈਕਟ, ਉਹਦਾ ਕੀ ਨਾਂ ਰੱਖਿਆ ਇਹਨਾਂ ਨੇ, ਡਿਫੈਂਸ ਪੈਕਟ। ਜਿਹੜਾ ਡਿਫੈਂਸ ਪੈਕਟ ਹੈ, ਮਿਊਚੁਅਲ ਡਿਫੈਂਸ ਪੈਕਟ। SP ਸਿੰਘ ਜੀ ਇਹ ਜਿਹੜਾ ਹੈਗਾ ਵਰਲਡ ਆਰਡਰ ਦੇ ਵਿੱਚ ਬਿਲਕੁਲ ਹੀ ਨਵੀਂ ਡਾਈਮੈਂਸ਼ਨ ਹੈ ਕਿ ਪਾਕਿਸਤਾਨ ਨੂੰ ਵੈਸਟ ਏਸ਼ੀਆ ਦੇ ਜਿਓਪੋਲਿਟੀਕਲ ਕ੍ਰਾਈਸਿਸ ਦੇ ਵਿੱਚ ਇੱਕ ਵੱਡਾ ਰੋਲ ਮਿਲ ਰਿਹਾ ਹੈ। ਪਾਕਿਸਤਾਨ ਮੱਧ ਪੂਰਬ ਵਿੱਚ ਪਹੁੰਚ ਗਿਆ, ਵੈਸਟ ਏਸ਼ੀਆ 'ਚ ਪਹੁੰਚ ਗਿਆ, ਬਿਲਕੁਲ। ਨਾਟ ਓਨਲੀ ਸਾਊਦੀ ਅਰੇਬੀਆ, ਚਾਈਨਾ ਪਹੁੰਚ ਗਿਆ ਨਾਲ, UAE ਔਰ ਦੂਸਰੇ ਨਹੀਂ, ਇਹਦੇ ਵਿੱਚ ਸਰ ਪਾਕਿਸਤਾਨ ਸਾਊਦੀ ਅਰੇਬੀਆ ਨਾਲ ਚਾਈਨਾ ਵੀ ਪਹੁੰਚ ਗਿਆ। ਬਹੁਤ ਹੀ ਇੰਪੋਰਟੈਂਟ ਡਾਈਮੈਂਸ਼ਨ ਦੇਖੋ, ਹਾਂ, ਜਿੰਨਾ ਵੀ ਪਾਕਿਸਤਾਨ ਕੋਲ ਆਰਮਾਮੈਂਟ ਹੈ ਸਾਰਾ ਚਾਈਨੀਜ਼ ਹੈ। ਉਹਨਾਂ ਨੇ ਕੱਲ ਨੂੰ ਸਪਲਾਈ ਜਿਹੜੀ ਸਿਖਲਾਈ ਕਰਨੀ ਹੈ ਸਾਊਦੀ ਫੋਰਸਿਸ ਦੀ, ਉਹ ਕਹਿਣਗੇ ਸਾਨੂੰ ਚਾਈਨੀਜ਼ ਲਿਆਓ, ਚਾਈਨੀਜ਼ ਵੈਪਨਸ ਲਿਆਓ। ਚਾਈਨੀਜ਼ ਵੈਪਨ ਦੀ ਐਕਸਪੋਰਟ ਵਧੂਗੀ ਉੱਥੇ, ਕਿਉਂਕਿ ਚਾਈਨੀਜ਼ ਵੈਪਨਸ ਜਿਹੜੇ ਹੈਗੇ ਉਹਨਾਂ ਪਰ ਉਹ ਕਰਨਗੇ। ਸਾਊਦੀ ਅਰੇਬੀਆ ਇਜ਼ ਅ ਗ੍ਰੇਟ ਇੰਪੋਰਟਰ ਆਫ ਅਮਰੀਕਨ ਆਰਮਸ। ਉੱਥੇ ਚਾਈਨਾ ਇੰਟਰ ਕਰੇਗਾ। ਇਹ ਸਿਲੇਬਸ ਵਿੱਚ ਹੈ ਨਹੀਂ, ਪਰ ਤੁਸੀਂ ਵੱਡੇ ਪ੍ਰੋਫੈਸਰ ਹੋ, ਆਊਟ ਆਫ ਸਿਲੇਬਸ ਵੀ ਤਾਂ ਪੁੱਛ ਹੀ ਸਕਦੇ ਹੋ। ਇਹ ਆਪਰੇਸ਼ਨ ਸੰਦੂਰ ਜਾਰੀ ਹੈ ਨਾ,
ਆਪਰੇਸ਼ਨ ਸਿੰਦੂਰ ਜਾਰੀ ਪ੍ਰਧਾਨਮੰਤਰੀ ਹੈ, ਨੇ ਦੱਸਿਆ ਜਾਰੀ ਹੈ। ਜਾਰੀ ਦਾ ਮਤਲਬ ਹੈ ਜੇ ਹੁਣ ਮੈਂ ਪਾਕਿਸਤਾਨ ਦੇ ਕੋ ਸੁਣ ਮਾਰਨ ਜਾਵਾਂ ਤੇ ਸਾਊਦੀ ਅਰੇਬੀਆ ਨੇ ਲਿਖ ਕੇ ਦੇ ਦਿੱਤਾ ਕਿ ਜੇ ਪਾਕਿਸਤਾਨ ਤੇ ਹਮਲਾ ਕੀਤਾ ਅਸੀਂ ਆਪਣੇ ਤੇ ਹਮਲਾ ਸਮਝਾਂਗੇ। ਹੁਣ ਕੀ ਹੋਏਗਾ ਜੀ? ਹੁਣ ਉਹਦੀ ਇੰਟਰਪ੍ਰੀਟੇਸ਼ਨ ਅਸੀਂ ਕਹਿ ਰਹੇ ਵੀ ਨਹੀਂ ਜੀ ਲੜਾਈ ਹੋਈ ਫੇਰ ਤਾਂ ਨਹੀਂ करना, ਉਹ ਕਹਿਣ ਨੂੰ ਹੈਗਾ ਹੈ इस तरह पर पता है वो नहीं कर पाएंगे, हाँ। वो नहीं कर पाएंगे क्योंकि सऊदी अरेबिया जो है उसके सारे आर्म्स जो है वो अमेरिका से आते हैं। झूठी अमेरिका would not allow। नहीं 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 US would not allow। ਇਹ ਝੂਠੀਆਂ ਤਸੱਲੀਆਂ ਨਾਲ ਇਹਦੇ ਨਾਲ ਜੀ ਨਹੀਂ ਸਕਦੇ मैं ਤੁਹਾਨੂੰ ਇੱਕ ਗੱਲ ਦੱਸਦਾ ਜੀ। ਅਗਰ ਪਾਕਿਸਤਾਨ ਆਪਣਾ ਨਿਊਕਲੀਅਰ ਅੰਬ੍ਰੇਲਾ ਸਊਦੀ ਅਰਬ ਨੂੰ ਦੇ ਦਿੰਦਾ ਹੈ, who can deny this? क्यों? बिल्कुल बिल्कुल, क्योंकि इजराइल को 30-35 बम वही पे हैं और अमेरिका ने ਦਿੱਤੇ ਹੋਏ ਸਾਹਿਬ ਹੁਣ ਆਊਟ ਆਫ ਸਿਲੇਬਸ ਹੀ ਚੱਲੋ। ਫਿਰ ਇੱਕ ਸਵਾਲ ਹੋਰ, ਪ੍ਰੋਫੈਸਰ ਸਾਹਿਬ ਇਹ ਜਿਹੜਾ ਪਾਕਿਸਤਾਨ ਤੇ ਸਾਊਦੀ ਅਰੇਬੀਆ ਨੇ ਆਪਸੀ ਸਮਝੌਤਾ ਕੀਤਾ ਹੈ, ਇਹ ਉਹ ਵੱਡੇ ਜੋ ਸਾਂਢ ਹੈ ਬੜਾ ਭੂਤ ਰਿਹਾ ਹੋਇਆ ਡੋਨਲਡ ਟਰੰਪ, ਉਹਨੂੰ ਪੁੱਛੇ ਬਿਨਾ ਕਰ ਲੇ, ਉਹਦੀ ਮਰਜ਼ੀ ਦੇ ਖਿਲਾਫ ਕੀਤਾ। ਪਾਕਿਸਤਾਨ ਦੀ ਔਕਾਤ ਹੈ ਇਸ ਵੇਲੇ? ਇਹ ਆਸਿਮ ਮੁਨੀਰ ਜਿਹੜਾ ਆਪ ਹੀ ਜਾਂਦਾ ਸਿੱਧਾ ਟਰੰਪ ਕੋਲ, ਹੁਣ ਇਸ ਵਾਰੀ ਕਿਹਾ ਉਹਨੇ ਟਰੰਪ ਨੇ ਵੀ ਉਹ ਮੁੰਡੂ ਨੂੰ ਵੀ ਨਾਲ ਲੈ ਕੇ ਆ ਜਿਹੜਾ ਰਾਮੂ ਤੋਂ ਰੱਖਿਆ ਹੋਇਆ ਨਾਲ, ਤੇ ਉਹ ਸ਼ਾਬਾਸ਼ ਸ਼ਰੀਫ ਨੂੰ ਨਾਲ ਲੈ ਗਿਆ। ਪ੍ਰਧਾਨ ਮੰਤਰੀ ਦਾ ਉਹਨਾਂ ਦਾ ਰਾਮੂ ਵਾਂਗ ਨਾਲ ਜਾਂਦਾ। ਹਾਈਬ੍ਰਿਡ ਸਿਸਟਮ ਉਹ ਖੁਦ ਕਹਿੰਦਾ, ਖਵਾਜਾ ਆਸਿਫ ਖੁਦ ਕਹਿੰਦਾ, ਉਹਨਾਂ ਦਾ ਡਿਫੈਂਸ ਮਿਨਿਸਟਰ ਸਾਡਾ ਹਾਈਬ੍ਰਿਡ ਸਿਸਟਮ ਹੈ। ਪਾਕਿਸਤਾਨ ਇਜ਼ ਦਾ ਓਨਲੀ ਕੰਟਰੀ ਜਿਹਦੀ ਕੀ ਸਟ੍ਰੈਟੇਜਿਕ ਰਿਲੇਸ਼ਨਸ਼ਿਪ ਚਾਈਨਾ ਨਾਲ ਵੀ ਹੈ और अमेरिका नाल भी है, सऊदी अरब नाल भी है, और सोवियत यूनियन रशिया नाल भी है। देखो कमाल दी गल है, जिद्दे रशिया ने हमला कीता यूक्रेन ते, इमरान खान मास्को च बैठा सी। यस, इट इज ज्योग्राफी दिस इज ज्योग्राफी, हां, पॉलिटिकल ज्योग्राफी, स्ट्रेटेजिक लोकेशन ऑफ पाकिस्तान। मैंने दसो भी जो कुछ यूनाइटेड नेशन च इस हफ्ते हो गया, दुनिया भर ਦੀਆਂ ਜਿਹੜੀਆਂ ਵਰਲਡ ਕੈਪੀਟਲਸ ਨੇ, ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਦੀਆਂ ਰਾਜਧਾਨੀਆਂ ਨੇ, ਸਭ ਹਿਲ ਰਹੀਆਂ। ਕੰਬਾ ਚੜਿਆ ਸਭ ਨੂੰ। ਕੀ ਹੋ ਗਿਆ? ज्यादा तो यूरोपियन यूनियन ਨੂੰ सबसे ज्यादा यूरोपियन कंट्रीज नाउ दे मस्ट बी थिंकिंग कि हमने सारे एग्स वी केप्ट ऑन अमेरिकन बास्केट, नाउ दे आर नोवेयर बिकॉज उन्होंने डिफेंस को डेवलप नहीं करा, तो दे आर एट द मर्सी ऑफ यूएस। अगर आज रशिया नहीं होता, बेसिकली ऐलान जंग भी हो गया क्योंकि नेतान्याहू ने कहा है भी मैं अमेरिका मेरे नाल है ते मैं इन्हां कंट्रियां ते बंब सुट दिते ने, ते यूरोपियन देशां ने कहा है, ब्रिटेन ने, फ्रांस ने, जर्मनी ने कि ਅਸੀਂ ਪੈਲੇਸਟਾਈਨ ਨੂੰ ਰੈਕੋਗਨਾਈਜ਼ ਕਰ ਦਿੱਤਾ ਹੈ, ਐਕਸੈਪਟ ਇਟਲੀ। ਐਲਾਨੇ ਜੰਗ ਹੈ ਯੂਰਪ ਤੇ ਅਮਰੀਕਾ ਦਾ ਹੈ। ਇਹ ਵਰਲਡ ਆਰਡਰ ਕਿੱਧਰ ਨੂੰ ਜਾਣਾ ਜੇ ਇਹ ਐਲਾਨੇ ਜੰਗ ਹੋ ਗਿਆ ਭਾਈ? ਨੇਤਾਨਿਆਹੂ ਬੇਸਿਕਲੀ ਕੀ ਕਰ ਰਿਹਾ ਕਿ, ਔਰ ਟਰੰਪ ਨੇ ਯੂਨਾਈਟਿਡ ਨੇਸ਼ਨ ਨੂੰ ਕਹਿਤਾ ਕਿ ਯੂਨਾਈਟਿਡ ਨੇਸ਼ਨ ਅਸਲ ਵਿੱਚ ਯੂਰਪੀਅਨ ਕੰਟਰੀਆਂ ਦੇ ਉੱਤੇ ਹਮਲਾਵਰ ਹੋ ਚੁੱਕੀ ਹੋਈ ਆ। ਸੋ ਬੇਸਿਕਲੀ ਸਰ ਅਸੀਂ ਤੇ ਕਿਤੇ ਖੜਦੇ ਹੀ ਨਹੀਂ, ਸਾਨੂੰ ਤਾਂ ਕੱਚਾ ਜਵਾ ਦੇਣਾ ਕਿਸੇ ਨੇ। ਥਰੂ ਆਊਟ ਕੋਲਡ ਵਾਰ ਜਾਂ ਉਹ ਆਫਟਰ ਕੋਲਡ ਵਾਰ, ਜਿਸ ਵੇਲੇ ਯੂਨੀਪੋਲਰ ਵਰਲਡ ਆਪਾਂ ਕਹਿੰਦੇ ਆ, ਉਸ ਵੇਲੇ ਤੱਕ ਇੰਟਰਨੈਸ਼ਨਲ ਜਿਹੜੀ ਰਿਲੇਸ਼ਨ ਸੀਗੇ ਉਹ ਯੂਰੋ ਸੈਂਟਰਿਕ ਹੋਇਆ ਕਰਦੇ ਸੀਗੇ। ਬਿਲਕੁਲ ਠੀਕ ਹੈ ਨਾ, ਮਤਲਬ ਅਮਰੀਕਾ ਵੀ ਜਿਹੜੀ ਸਾਰੀ ਰਾਜਨੀਤੀ ਕਰਦਾ ਸੀ ਯੂਰੋ ਸੈਂਟਰਿਕ ਹੀ ਕਰਦਾ ਸੀ ਨਾ, ਲੇਕਿਨ ਉਹ ਯੂਰੋ ਸੈਂਟਰਿਕ ਜਿਹੜੀ ਹੈਗੀ ਉਹ ਖਤਮ ਹੋ ਗਈ। ਉਹਦੀ ਵਜ੍ਹਾ ਚਾਹੇ ਉਹ ਯੂਕਰੇਨ ਦੀ ਵਜ੍ਹਾ ਕਰਕੇ ਵਾਈਟ ਵਰਲਡ ਦੈਟ ਇਜ਼ ਵਾਈਟ ਵੈਸਟ ਹੋ ਗਿਆ, ਅਸੀਂ ਵਾਈਟ ਈਸਟ ਹੋ ਗਏ ਨਾ। ਉਹਦੀ ਵਜ੍ਹਾ ਕਰਕੇ ਹੁਣ ਜਿਹੜੀਆਂ ਨਵੀਆਂ ਐਮਰਜਿੰਗ ਫੋਰਸਿਸ ਹੈ ਉਹਨਾਂ ਦੇ ਆਨ ਕਰਕੇ ਕਿਓਟਿਕ ਸਿਚੁਏਸ਼ਨ ਹੋਰ ਵੱਧ ਗਈ ਹੈ। नहीं पर ये अफरा तफरी जो इन्नी फैल गई है, पता है मेन डिसरप्टर है न्यू दिल्ली सेंट्रिक भी हो सकता है, बीजिंग सेंट्रिक तक लोग कह रहे हैं हो जाएगी। चाइना इज डिसरप्टर, चाइना बेसिकली चाइना इज द डिसरप्टर ना, चाइना नवा मतलब वो कहता है भी मैं नाटो ਦਾ ਪਿਓ ਆ ਗਿਆ, ਹੁਣ ਮੈਂ ਇਕੱਲਾ ਹੀ ਹੈ, ਮੈਨੂੰ ਚਾਹੀਦਾ ਹੀ ਨਹੀਂ ਨਾਟੋ ਦਾ, ਤੁਸੀਂ ਇੰਨੇ ਜਿਹਨੇ ਰਲ ਕੇ ਬਣਾ ਰਹੇ ਸੀ ਨਾ ਨਾਟੋ। चाइना इज लुकिंग टुवर्ड्स ग्लोबल साउथ, ये जो साउथ ईस्ट एशियन कंट्रीज को चाइना अपने हेजेमोनिक इन्फ्लुएंस में ले रहा है। नहीं, अभी भी आपने देखा बांग्लादेश हो, नेपाल हो, म्यांमार हो, एवरी कंट्री इज पोरिंग इन मनी। ਚਾਈਨਾ ਆਪਣੇ ਆਪ ਨੂੰ ਮਿੰਗ ਡਾਇਨਾਸਟੀ ਤੋਂ ਲੈ ਕੇ ਅੱਜ ਤੱਕ ਇਹੀ ਸਮਝਦਾ ਹੈ ਇਟ ਇਜ਼ ਦ ਸੈਂਟਰ ਆਫ ਦ ਵਰਲਡ। ਜਿਹਨੂੰ ਕਹਿੰਦੇ ਆ ਸੈਂਟਰ ਆਫ ਦ ਵਰਲਡ ਇਸ ਕਰਕੇ ਪਹਿਲੇ ਚਾਈਨਾ ਦਾ था, ਇਹਦੀ ਵਜ੍ਹਾ ਕਰਕੇ ਉਹ ਇਹ ਸਮਝਦਾ ਵੀ ਜਿਹੜਾ ਸਾਊਥ ਈਸਟ ਏਸ਼ੀਆ ਹੈ ਇਹ ਤਾਂ ਵੈਸੇ ਹੀ ਮੇਰੀ ਝੋਲੀ 'ਚ ਹੈ। ਅੱਛਾ ਚਲੋ ਸਿਕਿਉਰਿਟੀ ਵਗੈਰਾ ਨੂੰ ਫੌਜਾਂ ਨੂੰ ਕਿੰਨੇ ਕਿਤੇ ਹਮਲਾ ਕਰਨੇ ਨੂੰ ਜੇ ਆਪਾਂ ਇੱਕ ਮਿੰਟ ਲਈ ਛੱਡ ਵੀ ਦਈਏ, ਇਹ ਜਿਹੜਾ ਸਾਰਾ ਪ੍ਰੋਸੈਸ ਸੀਗਾ ਪੋਸਟ ਯੂਨਾਈਟਿਡ ਨੇਸ਼ਨਸ ਜਿਸ ਤਰੀਕੇ ਨਾਲ ਦੁਨੀਆ ਚੱਲੀ ਸੀਗੀ, ਅਸੀਂ ਇਹ ਸੋਚ ਰਹੇ ਸੀਗੇ ਪ੍ਰੋਗਰੈਸਿਵਿਜ਼ਮ ਬਹੁਤ ਅੱਗੇ ਵਧਿਆ, ਲੈਫਟਿਜ਼ਮ ਵੀ ਅੱਗੇ ਵਧਿਆ, ਈਵਨ ਅਮਰੀਕਾ ਦੇ ਵਿੱਚ ਵੈਲਫੇਅਰਿਜ਼ਮ ਅੱਗੇ ਵਧਿਆ, ਰੇਸ਼ੀਅਲ ਡਿਵਾਈਡਸ ਘਟੀਆਂ ਨੇ, ਸਿਵਲ ਵਾਰ ਤੋਂ ਬਾਅਦ ਉੱਥੇ ਬਹੁਤ ਫਰਕ ਹੋਇਆ। ਓਬਾਮਾ ਫਸਟ ਬਲੈਕ ਪ੍ਰੈਜ਼ੀਡੈਂਟ ਬਣ ਗਿਆ, ਮਮਦਾਨੀ, ਹਾਂ ਬਿਲਕੁਲ ਮਮਦਾਨੀ ਉੱਥੇ ਬਣ ਗਿਆ ਹੈ ਭਾਈ। ਲੰਡਨ ਦਾ ਮੇਅਰ ਦੇਖੋ ਕੌਣ ਹੈ, ਉਹ ਭਾਵੇਂ ਟਰੰਪ ਨੇ ਉਹਨੂੰ ਵੀ ਮੋਟੀਆਂ ਗਾਲਾਂ ਕੱਢੀਆਂ ਨੇ, ਸਾਦਿਕ ਨੂੰ ਵੀ ਮੋਟੀਆਂ ਚੰਗੀਆਂ ਉਹਨੇ ਤਗੜੀਆਂ ਗਾਲਾਂ ਕੱਢੀਆਂ ਨੇ। ਉਹ ਗਾਲ ਤਾਂ ਕਿਸੇ ਨੂੰ ਨਹੀਂ ਛੱਡਦਾ, ਉਹ ਐਸਕੇਲੇਟਰ ਨਹੀਂ ਚੱਲਿਆ ਪੌੜੀਆਂ ਵਾਲਾ ਕਿਸੇ ਦਾ, ਲਿਫਟ ਨਹੀਂ ਚੱਲੀ,
ਉਹ ਕਹਿੰਦਾ ਤੈਨੂੰ ਵੀ ਦੇਖ ਲਾਂਗਾ ਮੈਂ ਜਿਹਨੇ ਲਿਫਟ ਰੋਕੀ ਹੈ, ਤੇਰਾ ਟੈਲੀਪ੍ਰੋਂਪਟਰ ਨਹੀਂ ਚੱਲਿਆ, ਉਹ ਕਹਿੰਦਾ ਤੇਰੀ ਤੇ ਨੌਕਰੀ ਗਈ। ਉਹਨੂੰ ਵਰਲਡ ਸਟੇਜ ਤੇ ਖੜ ਕੇ ਕਹਿ ਰਿਹਾ ਵਿਚਾਰੇ ਗਰੀਬ ਆਦਮੀ ਨੂੰ, ਉਹ ਤੇ ਕੰਬਦਾ ਵਿਚਾਰਾ, ਪਤਾ ਨਹੀਂ ਕਿਹੜੀ ਗੁਫਾ 'ਚ ਲੁਕ ਗਿਆ ਹੋਣਾ ਜਾ ਕੇ ਕਿ ਮੈਨੂੰ ਧਮਕੀ ਟਰੰਪ ਦੇ ਰਿਹਾ ਸਿੱਧੀ ਮਾਈਕ ਤੇ ਖੜ ਕੇ। ਜੋ ਓਬਾਮਾ कहता है ना, he has lowered the dignity of the office of the president. ਤੁਸੀਂ ਉਹਦੀ ਡਿਗਨਿਟੀ ਬੋਲੀ ਮਾਰੋ। ਮੈਨੂੰ ਇਹ ਦੱਸੋ, ਮੈਨੂੰ ਇਹ जैसे ਦੱਸੋ इंडिया में हम लोग तभी तभी कहते हैं ना कि lowering the dignity of the office. professor ਸਾਹਿਬ world was transformed, Dignity of the office. dignity of the office वाइस प्रेसिडेंट जैसे देखे पोटस ना, हाँ, पोटस ਦੇ ਆਫਿਸ पोटस के बारे में अभी बात करें, पर इंडिया में भी इतना ਪਰ ਮੈਨੂੰ ਇਹ ਦੱਸੋ, ਡਿਵੈਲਪਮੈਂਟ ਦੁਨੀਆ ਨੇ ਦੇਖੀ, ਐਜੂਕੇਸ਼ਨ ਦਾ ਫੈਲਾਅ ਹੋਇਆ, ਵਿਮਨ ਦੇ ਰਾਈਟਸ ਵਿੱਚ ਫਰਕ ਆਇਆ ਹੈ, ਮੈਸਿਵ ਰਿਡਕਸ਼ਨਸ ਨੇ ਪਾਵਰਟੀ ਦੇ ਵਿੱਚ। ਅਸੀਂ ਤਾਂ ਹਰ ਵੇਲੇ ਕ੍ਰਿਟਿਸਾਈਜ਼ ਕਰਦੇ ਰਹਿਣਾ, ਅਸੀਂ ਤਾਂ ਪ੍ਰੋਫੈਸ਼ਨਲ ਕ੍ਰਿਟਿਕ ਹੈਗੇ ਹਾਂ, ਅਸੀਂ ਤਾਂ ਹਮੇਸ਼ਾ ਹੀ ਗਲਤੀਆਂ ਕੱਢਦੇ ਰਹਿਣਾ। ਪਰ ਦੁਨੀਆ 'ਚ ਪ੍ਰੋਗਰੈਸਿਵਿਜ਼ਮ ਅੱਗੇ ਗਿਆ, ਲੈਫਟਿਜ਼ਮ ਅੱਗੇ ਗਿਆ, ਵੰਡ ਛਕੋ ਸਾਰਾ। ਅਸੀਂ ਇਹਦਾ ਹੋਇਆ ਨਾ ਵੀ ਭਾਈ ਤੁਸੀਂ ਗਲੋਬਲ ਸਾਊਥ ਨੂੰ ਕੀ ਦਿੰਦੇ ਹੋ, ਕਲਾਈਮੇਟ ਚੇਂਜ ਦਾ ਕੀਮਤ ਕੌਣ ਦੇਗਾ, ਇਹ ਸਭ ਗੱਲਾਂ ਅੱਗੇ ਸੀ। ਇਹ ਬੰਦ ਕਰ ਦਿੱਤਾ ਹੁਣ ये ट्रंप ने सारी सारा। चीजें कहाँ है? हाँ। ये सारी चीजें यूनिवर्सिटीज में हो रही हैं अमेरिका में। हाँ, ये बिल्कुल। दैट्स व्हाई यूनिवर्सिटीज आर बीइंग अटैक्ड। अमेरिका में ट्रम्प का फोकस कहाँ है? यूनिवर्सिटीज पे है। मेरा सिर्फ ये ਇੱਥੇ ਵੀ ਤਾਂ ਫੋਕਸ ਯੂਨੀਵਰਸਿਟੀ ਤੇ ਹੀ ਹੈ ਨਾ, ਇੰਡੀਆ ਦੇ ਵਿੱਚ ਤਾਂ ਫੋਕਸ ਯੂਨੀਵਰਸਿਟੀ ਤੇ ਹੈ ਨਾ। ਨਹੀਂ ਨਹੀਂ ਅਸੀਂ ਦਾ It all began at JNU। यूनिवर्सिटीज ਨਹੀਂ ਪਰ ਹੁਣ ਉਹ ਸਾਰਾ ਇਹਦਾ ਮਤਲਬ ਉਹਦਾ ਸਭ ਦਾ ਫਾਤਿਹਾ ਤਾਂ ਪੜਿਆ ਗਿਆ। ਕੀ ਕਹਿੰਦੇ ਹੁੰਦੇ ਇਲਾਇ ਰਾਜੂਨ, brute power ਹੋ ਗਿਆ। use of the state, ਹੁਣ state ਮਤਲਬ power। ਸਿੱਧਾ ਸਿੱਧਾ ਟਰੰਪ ਇਹ ਕਹਿ ਰਿਹਾ ਕਿ ਜਿਹੜੇ ਲੋਕੀ ਕਹਿ ਰਹੇ ਸੀ ਨਾ ਕਿ ਹਾਂ ਪ੍ਰਵਾਸੀਆਂ ਨੂੰ ਜਾਣਾ ਚਾਹੀਦਾ ਹੈ, ਹਾਂ ਮਾਈਗ੍ਰੈਂਟਸ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ, ਹਾਂ ਮੁਲਕਾਂ ਨੂੰ ਆਪਣੀਆਂ ਕੰਧਾਂ ਖੋਲ ਦੇਣੀਆਂ ਚਾਹੀਦੀਆਂ ਨੇ, ਦਰਵਾਜ਼ੇ ਖੋਲ ਦੇਣੇ ਚਾਹੀਦੇ ਨੇ, ਦੁਨੀਆ 'ਚ ਆਦਾਨ ਪ੍ਰਦਾਨ ਹੋਣਾ ਚਾਹੀਦਾ ਹੈ। ਟਰੰਪ ਨੇ ਕਿਹਾ ਗੇਟ ਲਾਓ, ਵੱਡੇ ਵੱਡੇ ਦਰਵਾਜ਼ੇ ਕਰੋ ਬੰਦ, ਤੇ ਸਾਰੇ ਦੇਸ਼ਾਂ ਨੇ ਉਸ अरे आपने देखा कैनेडियन गवर्नमेंट हैज सेड कि वी वुड अलाउ द HW जो है ना कि दे आर वेलकम टू कम टू कनाडा। जर्मनी हैज आल्सो सेड दैट ਸਾਨੂੰ ऑल ਵੀ दोस ਕਹਿਣਾ इंडियंस ਚਾਹੀਦਾ, दे ਸਾਨੂੰ ਵੀ कैन ਕਹਿਣਾ कम टू आवर कंट्री। ਨਹੀਂ ਸਾਨੂੰ ਤੇ ਇਹ ਕਹਿ ਦੇਣਾ ਚਾਹੀਦਾ ਯੂਨਾਈਟਿਡ ਨੇਸ਼ਨ ਸ਼ੁੱਡ ਕਮ ਹੇਅਰ। ਉੱਥੇ ਨਿਊਯਾਰਕ 'ਚ ਕੀ ਕਰਨੀ, ਉਹਦਾ ਵੀਜ਼ਾ ਨਹੀਂ ਦਿੰਦਾ, ਕਦੀ ਕਹਿੰਦਾ ਮੈਂ ਉਹਨੂੰ ਵੀਜ਼ਾ नहीं ਨਹੀਂ तो ਦਿਆਂਗਾ। पैसे लगते हैं एसपी जी। हाँ। अमेरिका इज द ग्रेटेस्ट फंडर ऑफ यूएन। ये आप बोल रहे हैं, सारा फंडिंग अमेरिका ही करता है ना। ਅੱਛਾ ਫਿਰ आप ਮੈਂ क्या ਪੁੱਛ देते ਲਾਂ हो ਮੈਂ पैसे? ਪੁੱਛ ਲਾਂ ਕੀ ਇਹ ਪੋਸੀਬਲ ਹੋ ਸਕਦਾ ਕਿ ਕੱਲ ਨੂੰ ਚੀਨ ਇੰਨੀ ਫੰਡਿੰਗ ਕਰ ਦੇਵੇ ਤੇ ਕਹੇ ਯੂਨਾਈਟਿਡ ਨੇਸ਼ਨ ਬੀजिंग ਵਿੱਚ ਹੀ ਬਣਾ ਲਓ? तो चीन अपना बनाएगा। हाँ, कर सकता है चाइना। ਤੇ ਹੋ ਸਕਦਾ ਚੀਨ ਯੂਨਾਈਟਿਡ ਨੇਸ਼ਨ ਚਾਈਨਾ 2 ਬਣਾ ਨੇ- ਲਵੇ। चाइना कैन डू इट। ਚਾਈਨਾ ਦਾ ਇੰਟਰਨੈਟ ਆਪਣਾ, ਚਾਈਨਾ ਦੀ ਫੇਸਬੁੱਕ ਆਪਣੀ, ਚਾਈਨਾ ਨੇ ਆਪਣਾ ਬਥੇਰਾ ਕੁਝ नहीं, ਬਣਾ बड़ा लिया। अच्छा आइडिया आपने दिया चाइना को। ਚਾਈਨਾ ਵਾਲੇ ਨੂੰ ਸਭ ਆਈਡੀਆ ਪਹਿਲਾਂ ਹੀ ਹੈਗੇ ਨੇ, Global ਸਭ South। ਆਈਡੀਆ ਪਹਿਲਾਂ ਨੇ। ਮੈਨੂੰ ਦੱਸੋ ਜਿਹੜੇ ਇਹ ਛੋਟੇ ਛੋਟੇ ਟਰੰਪ ਨੇ, इन्होंने कहा ना विश्व गुरु, तो बिल्कुल। चाइना ऑलवेज थिंक्स कि वी आर अ सिविलाइजेशनल बिल्कुल, स्टेट, हाँ, वो तो वी है। आर द सेंटर। ਚਾਈਨਾ ਕੋ ਉਹ ਤਾਂ ਕਹਿੰਦੇ ਨੇ ਤਾਂ ਡਾਇਲੌਗ ਆਫ ਸਿਵਲਾਈਜੇਸ਼ਨ ਉਹਨਾਂ ਤਾਂ ਹੀ ਕਰਾਣਾ। ਅੱਛਾ ਮੈਨੂੰ ਇਹ ਦੱਸੋ ਜਿਹੜੇ ਆ ਛੋਟੇ ਛੋਟੇ ਟਰੰਪ ਹੈਗੇ ਨੇ ਕਿੰਨੇ ਸਾਰੇ, ਉਹ ਬ੍ਰਾਜ਼ੀਲ 'ਚ ਬੈਠਾ ਇੱਕ ਬੋਲਸੋਨਾਰੋ, ਛੋਟੇ ਛੋਟੇ ਟਰੰਪ ਹੀ ਨੇ। ਆ ਇੱਕ ਸਾਡੇ ਕੋਲ ਵੀ ਹੈਗਾ मेलोनी ਉਹ ਮੈਲੋਨੀ ਹੋਤੇ ਹੈ उधर वो हंगरी में है। ऑर्बन ऑर्बन ਵਿਕਟਰ। ਅੱਛਾ ਫਿਰ ਉਹ ਫਿਲੀਪਾਈਨਸ ਵਾਲੇ ਦਾ ਕੀ ਨਾਮ ਹੈ? नेतन्याहू है। ਨੇਤਾਨਿਆਹੂ। ਉਹ They ਨੇਤਾਨਿਆਹੂ all ਤਾਂ ਵੱਡਾ are the ਟਰੰਪ, same। ਉਹਦਾ ਨੇਤਾਨਿਆਹੂ ਤਾਂ ਵੱਡਾ अच्छा, ਟਰੰਪ ਹੈ, ट्रम्प एंड आई अप्रिशिएट टेल यू ਡੁਟੈਟੇ हाँ। ਫਿਲੀਪਾਈਨਸ ਵਾਲਾ। और नेतन्याहू ਨੂੰ ਪਤਾ ਹੈ ਕਿ ਅਮਰੀਕਾ ਦੀ ਫੋਰਨ North ਪਾਲਿਸੀ, Korean। ਅਮਰੀਕਾ ਦੀ ਫੋਰਨ ਉਹ ਤੇ ਪਾਲਿਸੀ, ਖੈਰ ਹਮੇਸ਼ਾ ਤੋਂ ਟਰੰਪ ਸੀਗਾ, ਉਹ ਤਾਂ 45 ਚ ਵੀ ਟਰੰਪ ਅਮਰੀਕਾ ਦੀ ਸੀ। ਫੋਰਨ ਪਾਲਿਸੀ ਟਰੰਪ ਦੇ ਹੱਥ 'ਚ ਨਹੀਂ ਹੈ, ਮੇਰੇ ਹੱਥ 'ਚ ਹੈ। ਨੇਤਨਯਾਹੂ ਨੂੰ ਇਹ ਗੱਲ ਪਤਾ ਹੈ। ਯੂ نو हाँ, जीव लॉबी, जीविश लॉबी है। ਸਾਰੀ ਲੌਬੀ Jewish ਸਰ ਮੈਨੂੰ lobby है, ਦੱਸੋ banking। ਯੂ ਥਿੰਕ ਜਿਹੜਾ ਰਪਚਰ ਦੀ ਮੂਵਮੈਂਟ ਸੀਗੀ ਇਹ ਅਮਰੀਕਾ ਦੇ ਬੇਸਿਸ ਸਭ ਜਗ੍ਹਾ, ਸਾਊਦੀ ਅਰੇਬੀਆ 'ਚ ਬੇਸ ਹੈਗਾ, ਕੁਵੈਤ 16 bases। ਕੁਵੈਤ 'ਚ ਬੇਸ ਹੈ, अफगानिस्तान ਬਹਿਰੀਨ 'ਚ में ਬੇਸ ਹੈ। they now ਉਹ ਭਾਈ ਕਤਰ 'ਚ ਉਹਦਾ ਬੇਸ ਹੈ ਇੰਨਾ ਵੱਡਾ ਅਮਰੀਕਾ ਦਾ, ਤੇ ਕਤਰ ਦੇ ਉੱਤੇ ਇਜ਼ਰਾਈਲ ਬੰਬ ਸੁੱਟ ਰਿਹਾ ਹੈ ਤੇ ਅਮਰੀਕਾ ਉਹਨੂੰ ਪ੍ਰੋਟੈਕਟ ਨਹੀਂ ਕਰ ਰਿਹਾ। ਨਾਟੋ ਇਸ ਵੇਲੇ ਨਹੀਂ, ਖਤਮ ਨਹੀਂ। ਹੈ, देयर इज नो नाटो इन द वर्ल्ड। पता है की कह रहे हैं? हाँ। और तू चुप करो, अगे उन्हें हमला होगा, डोंट वरी। ਅੱਗੇ ਤੋਂ ਨਹੀਂ ਗੁੱਟਾ आगे नहीं होगा। ये सुन, हाँ, ਇਦਾਂ ਹੀ ਹੈ ਜਿੱਦਾਂ ਪਾਕਿਸਤਾਨ ਤੇ ਸਾਊਦੀ ਅਰੇਬੀਆ ਆਪਸੇ ਹੀ ਰਲ ਗਏ ਤੇ ਭਾਰਤ ਨੇ ਕਿਹਾ ਸਾਨੂੰ ਪਹਿਲਾਂ ਹੀ ਪਤਾ ਸੀ, हाँ पहले ही हाँ, पता। पहले पता। ਸਾਨੂੰ ਪਹਿਲਾਂ ਹੀ ਪਤਾ ਸੀ ਇਹਨਾਂ ਦੀ ਰਲ ਕੇ ਸਾਨੂੰ ਕੁੱਟਣ ਦੀ ਸਲਾਹ ਹੈ। क्या? ਅੱਛਾ ਮੈਨੂੰ ਇਹ ਦੱਸੋ ਜਿਹੜੀਆਂ ਯੂਨਾਈਟਿਡ ਨੇਸ਼ਨਸ ਦੀਆਂ ਸਕਸੈਸਿਸ ਸੀਗੀਆਂ जी ये मत- मैं दसना जी। सबसे इम्पोर्टेंट। अच्छा, आप जी। इंडिया को क्यों छोड़ रहे हैं? इंडिया पर अगली इंडिया was discussion कर thinking लेंगे। कि we are already a regional power, we are going to ना, ना, become a multipolarity से। global player। मानना और में रह गया India 12-15 regional मिनट player है। रह रहा है। जी। Global। ਪਰ ਮੈਂ ਸੋਚਿਆ ਸਕਸੈਸ ਦੀ ਵੀ ਗੱਲ ਕਰ ਲਈ ਜਿਹੜੀ ਹੈ। ਯੂਨਾਈਟਿਡ ਨੇਸ਼ਨਸ ਦੀ ਪ੍ਰਸ਼ੰਸਕ ਯਾਰ ਅਸੀਂ ਨੌਜਵਾਨ ਹੁੰਦੇ ਸੀ, ਕਦੀ ਕੰਬੋਡੀਆ 'ਚ ਵਾਰ ਰੋਕਤੀ, ਕਦੀ ਨਮੀਬੀਆ 'ਚ ਵਾਰ ਮੈਂ ਉਹੀ ਰੋਕਤੀ, ਕਹਿ ਰਿਹਾ, ਐਲ ਸੈਲਵਾਡੋਰ United Nations 'ਚ ਦੀ- ਜੰਗਾਂ ਦੇ ਉਹ ਰੁਕਦਾ ਹੁੰਦਾ ਸੀ, ਉਦੋਂ ਟਰੰਪ ਥੋੜੀ ਰੋਕਦਾ ਸੀ। ਯੂਨਾਈਟਿਡ ਨੇਸ਼ਨਸ ਦੀਆਂ ਅਸੀਂ 200 ਖਾਮੀਆਂ ਕੱਢ ਲਈਏ, ਹਾਂ ਲੇਕਿਨ ਆਪਾਂ ਕਹਿੰਦੇ ਆ ਯੂਨਾਈਟਿਡ ਨੇਸ਼ਨਸ ਨੇ ਵਾਰ ਨਹੀਂ ਰੋਕ ਸਕਿਆ, ਲੇਕਿਨ ਉਹ ਦੇਖੋ ਯੂਨਾਈਟਿਡ ਨੇਸ਼ਨਸ ਦੀ ਵਜ੍ਹਾ ਕਰਕੇ ਜਿਹੜੀਆਂ ਵਾਰਸ ਨਹੀਂ ਹੋ ਸਕੀਆਂ, ਜਿਹੜੀਆਂ ਹੋਈਆਂ ਨਹੀਂ, ਜਿਹੜੀਆਂ ਨਹੀਂ ਹੋਈਆਂ, ਦੈਟ ਇਜ਼ ਆਲਸੋ ਵੈਰੀ ਬਿਲਕੁਲ, ਇੰਪੋਰਟੈਂਟ। ਬਿਲਕੁਲ। ਯੂਨਾਈਟਿਡ ਨੇਸ਼ਨਸ ਦੀ ਜਿਹੜੀ ਮਿਲਟਰੀ ਆ, ਆਰਮ ਫੋਰਸਿਸ ਹੈ, ਉਹਨਾਂ ਨੇ ਕਿੱਥੇ ਕਿੱਥੇ ਆਪਣੇ
ਅੱਜ ਵੀ ਪ੍ਰੈਜ਼ੈਂਸ ਹੈ ਉਹਨਾਂ 80 ਦੀ। ਕੰਟਰੀ ਆਜ਼ਾਦ ਹੋਏ ਨਾ ਸਰ ਹਾਂਜੀ। ਅਫਰੀਕਾ ਏਸ਼ੀਆ ਦੇ ਵਿੱਚ ਉਹਨਾਂ ਦੇ ਵਿੱਚ 50 60 70s ਦੇ ਵਿੱਚ ਜਾ ਕੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਹੂੰ ਵਰਲਡ ਦਾ ਡਾਟਾ ਸਿਸਟਮ ਇੰਨਾ ਕਲੈਕਟ ਹੋਇਆ ਔਰ ਉਹਨੂੰ ਇੰਨਾ ਜ਼ਿਆਦਾ ਕੋਡੀਫਾਈ ਕੀਤਾ ਗਿਆ ਬਿਲਕੁਲ ਕਿ ਪਹਿਲਾਂ ਸਾਨੂੰ ਹੁਣ ਕਦੇ ਵੀ ਨਹੀਂ ਦੁਨੀਆ ਸੋਚਿਆ ਸਾਨੂੰ ਦੁਨੀਆ ਤਾਂ ਸਮਝ ਆਣੀ ਸ਼ੁਰੂ ਹੋਈ ਤਾਂ ਬਿਲਕੁਲ ਯੂਨਾਈਟਿਡ ਨੇਸ਼ਨਸ ਦੇ ਕੰਟਰੀਬਿਊਸ਼ਨ ਕੋਈ ਲੈਸ ਨਹੀਂ ਹੈ ਬਿਲਕੁਲ। ਆਪਾਂ ਇਹ आपने नहीं कह यूनेस्को सकते। WHO सब बात किया ਨਹੀਂ तो ਅਸੀਂ ਸਭ ਕਿਸੇ ਆ ਨੂੰ ਗਿਆ। ਤਾਨਾ ਦੇਣਾ ਹੋਵੇ ਤੇ ਇਹੀ Social ਕਹਿੰਦੇ ਅਸੀਂ- ਨਾ ਮੈਂ- ਵੀ ਸਾਈ ਸਾਡੇ ਕਿਸੇ ਬੰਦੀ ਸਿੰਘ ਨੂੰ ਕੋਈ ਨਾ ਛੱਡੇ ਤੇ ਅਸੀਂ ਕਹਿੰਦੇ ਜਿਹੜਾ ਉਹ ਕਿਹੜਾ ਚਾਰਟਰ ਆਫ ਹਿਊਮਨ ਰਾਈਟਸ ਯੂਨੀਵਰਸਲ ਚਾਰਟਰ ਆਫ ਹਿਊਮਨ International ਰਾਈਟਸ covenants, ਅਸੀਂ ਹਾਂ, 48 ਅਸੀਂ ਇੰਟਰਨੈਸ਼ਨਲ ਹਾਂ, ਕੋਵੈਨੈਂਟਸ ਦੀ ਚੱਟ ਗੱਲ ਕਰਦੇ ਜੀ ਉਹ ਛੱਡੋ ਤੁਸੀਂ ਜਿਸ ਵੇਲੇ ਅਸੀਂ ਕੋਈ ਵੀ ਵਰਲਡ ਦਾ ਡਾਟਾ ਲੈਂਦੇ ਆ ਹੂੰ 3-4 ਬੜੇ ਇੰਪੋਰਟੈਂਟ ਹੈ ਹੂੰ ਯੂਨਾਈਟਿਡ ਨੇਸ਼ਨਸ ਈਅਰ ਬੁੱਕ ਹਾਂ ਬਿਲਕੁਲ ਯੂਨੈਸਕੋ ਈਅਰ ਬੁੱਕ UNDP United Nations UNDP ਅੱਛਾ UN ਇੱਕ ਇਕਨੋਮਿਕ ਜਿਹੜਾ ਹੈਗਾ ਯੂਰੋਪਾ ਈਅਰ ਬੁੱਕ GDI ਇਹ ਸਾਰੀਆਂ ਚੀਜ਼ਾਂ ਤੁਸੀਂ Development ਲੈਣੀਆਂ Index, ਇਨਫੋਰਮੇਸ਼ਨ ਬਿਲਕੁਲ, ਸਾਰਾ ਉਹ ਕੁਛ ਸਾਡੀ ਰਿਸਰਚ ਦਾ ਪਾਰਟ ਹੈ ਇਸ ਕਰਕੇ ਇਹ ਨਹੀਂ ਹੈ ਵੀ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਇਕੱਠਾ ਨਹੀਂ ਕੀਤਾ पर खालिद इकट्ठा साहब करने से अगर बड़ी अमेरिका important role है। फंडिंग अपनी रोकेगा तो यूएन कैसे सरवाइव करे आप तो चाइना ले तो लेगा चाइना फंडिंग देगा चाइना would do the 20% तो funding। ऑलरेडी दे रहा है तो तेरा लोकेशन 20% बदलो already दे बीजिंग रहा में आ जाओ हूं। बीजिंग आ जाओ बिल्कुल बीजिंग आ जाओ या ये भी कहा गया है कई बार कि किते ना Do you किते think किसी we are in आइलैंड के ऊपर the we are in the आप कर third लेते हैं। world war मेरे को बिल्कुल समा खत्म है मैं वैसे ही पूछ रहा मैं ਤਾਂ ਯਾਦ ਆ ਰਿਹਾ ਪੋਪ ਫ੍ਰਾਂਸਿਸ ਨੇ ਮੋਦੀ ਸਾਹਿਬ ਨਵੇਂ ਵਿੱਚ ਤੋਂ 2014 ਦੀ ਗੱਲ ਹੈ ਪੋਪ ਫ੍ਰਾਂਸਿਸ ਨੇ ਕਿਹਾ ਸੀਗਾ ਕਿ ਅਸੀਂ ਥਰਡ ਵਰਲਡ ਵਾਰ ਲੜ ਰਹੇ ਹਾਂ ਜਸਟ ਪੀਸ ਮੀਲ ਫੈਸ਼ਨ ਚ ਹੋ ਰਹੀ ਹੈ वर्ल्ड वॉर नहीं ना है सर वो कहता peace meal हो रही ना। अलग अलग वो मल्टी मतलब ये सर होगा नजर दौड़ा के देखो, नजर countries। नजर नहीं, फॉर इसे लेके नजर सर, दौड़ा ऐसा के देखो है। कहाँ कहाँ जंगे हो रही हैं और वर्ल्ड वार कैसे मतलब मैं ज्योग्राफिकल कंटिन्यूटी मैं नहीं है वार दसदा ਦੇ ਵਿੱਚ जी। ਹਾਂ ਵਰਲਡ ਵਾਰ ਕਹਿਣਾ ਤੁਸੀਂ ਵਰਲਡ ਵਾਰ ਤਾਂ ਹੋ ਹੀ ਰਹੀ ਹੈ एसपी सिंह जी फ्लैश पॉइंट्स हमेशा रहे हैं ਹਾਂ ਉਹ ਫਲੈਸ਼ ਪੁਆਇੰਟਸ ਅੱਜ ਵੀ ਹੈਗੇ ਇੰਡੀਆ ਪਾਕਿਸਤਾਨ ਫਲੈਸ਼ ਪੁਆਇੰਟ ਹੈ ਹੂੰ। ਆਪਾਂ ਨੂੰ ਪਤਾ ਹੈ ਸਰ ਫਲੈਸ਼ ਪੁਆਇੰਟ ਤੋਂ ਬੜਾ ਡਰ ਲੱਗਦਾ ਉਹਦੀ ਕਾਰ ਜਾ ਰਹੀ ਸੀ ਪੁਲੀ ਦੇ ਉੱਤੋਂ ਲੰਘੀ ਫਰਡੀਨੈਂਡ ਮਾਰਕੋਸ ਦੀ ਥੱਲੋਂ ਕਿਸੇ ਨੇ ਬੰਬ ਲਾ ਕੇ ਉਡਾਤਾ ਭਤੀਜਾ ਉਹਦਾ ਮਰ ਗਿਆ ਤੇ ਗੱਲ ਫੈਲ ਗਈ ਤੇ ਪਹਿਲੀ ਵਰਲਡ ਵਾਰ ਹੋ ਗਈ ਸੀ ਲੋ ਦੱਸੋ ਮੈਂ ਫਿਊਜ਼ ਤਾਂ ਪਤਾ ਨਹੀਂ ਜਿੱਥੋਂ ਵੀਕ ਲਿੰਕ ਲੱਗ ਜੇ ਮਾੜਾ ਜਿਹਾ ਗੱਲ ਕੀ ਸੀ ਬੜੇ ਇੰਨੀ ਛੋਟੀ ਜੀ ਗੱਲ ਸੀ Small incident ਬਿਲਕੁਲ अभी आपने ऑपरेशन सिंदूर कहा ना कि हाँ, किन्नी को ਗੱਲ ਹੋਈ इट्स ਹੈ कंटिन्यूइंग ਕੱਲ ਨੂੰ ਕੋਈ ਵੀ ਕਰਾ ਦੇਵੇ टुमारो सम इंसिडेंट ਕੋਈ ਫਾਲਸ ਫਲੈਗ ਆਪਰੇਸ਼ਨ ਕਰ ਦੇਵੇ ਅਸੀਂ ਚੜ ਜਾਈਏ ਪਾਕਿਸਤਾਨ ਤੇ ਸਾਊਦੀ ਅਰੇਬੀਆ ਚੜ ਜਾਏ ਸਾਡੇ ਤੇ ਚੀਨ ਵਿਚਕਾਰ ਸਮਝ ਨਾ ਆਵੇ we are in a very ਉੱਤੋਂ ਪਾਗਲ difficult ਬੈਠੇ ਨੇ situation ਟਰੰਪ ਕਰਕੇ ਪਤਾ ਨਹੀਂ ਕਿਹੜੇ very ਪਾਸੇ volatile ਇੱਕ ਹੋਰ ਮੈਂ situation ਤੁਹਾਨੂੰ ਦੱਸਦਾ ਵੋਲੇਟਾਈਲ ਇੰਨੀ ਹੈ ਟਰੰਪ ਇੱਕ ਦਿਨ ਨਾ, ਕਹਿੰਦਾ ਨਾ, ਮੈਂ ਜ਼ੈਲੈਂਸਕੀ ਤੂੰ ਕਿਸੇ ਕੰਮ ਦਾ ਬੰਦਾ ਨਹੀਂ ਉਸ ਤੋਂ ਬਾਅਦ ਕਹਿੰਦਾ ਪੁਤਿਨ ਤੂੰ ਕਿਸੇ ਕੰਮ ਦਾ ਬੰਦਾ ਨਹੀਂ ਮੈਂ ਜ਼ੈਲੈਂਸਕੀ ਨੂੰ ਹੋਰ ਹਥਿਆਰ ਦੇਣ ਲੱਗਾ ਨਹੀਂ, ਪਤਾ ਹੀ Russian ਕੋਈ jet- Russian jets are going there ਨਹੀਂ in the ਨਹੀਂ those ਇੱਥੇ ਤੱਕ areas। ਕਿਹਾ ਕਿ ਅਗਰ ਨੈਟੋ ਦੀਆਂ ਫੋਰਸਸ ਚਾਹਣ ਤਾਂ ਜ਼ੈਲੈਂਸਕੀ ਨੇ ਜਿੰਨੀ ਜ਼ਮੀਨ ਖੋਈ ਹੈ ਅਸੀਂ ਐਂ ਦੇ ਕੇ ਵਾਪਸ ਲਾ ਉਹਨੇ ਸਕਦੇ ਹੁਣ ਵੀ ਕਿਹਾ नहीं, उन्होंने नहीं, खालिद भी साहब हाँ। तो NATO है क्या मेनली अमेरिकन अमेरिका है। अमेरिका NATO इज अमेरिका ਨਾਟੋ ਇਜ਼ ਨੋਟ ਡੋਨਲਡ हाँ, ਟਰੰਪ अरे ਸਾਰਾ उन्होंने ਅਮਰੀਕਾ ਹੁਣ ਡੋਨਲਡ ਟਰੰਪ ਆ। ਨਹੀਂ हाँ। ਐਸਪੀ ਸਿੰਘ ਜੀ ਇੱਕ ਹੋਰ ਬੜੀ ਇੰਪੋਰਟੈਂਟ ਜੀ ਚੀਜ਼ ਹੈਗੀ ਹੈ ਜੀ ਇਹ ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈ ਹੂੰ ਜਿਹਦੇ ਚ ਆਪਾਂ ਬੈਠੇ ਹਾਂ ਜੀ ਇਹ ਹੋਰ ਵੀ ਵੋਲੇਟਾਈਲ ਇਸ ਕਰਕੇ ਹੈ ਹੂੰ वेरी ਕਿ volatile ਤਿੰਨ ਨਿਊਕਲੀਅਰ ਪਾਵਰ ਜਿਹੜੀਆਂ ਹੈਗੀਆਂ ਬਿਲਕੁਲ ਨਾਲ ਲੱਗਦੀਆਂ ਨੇ ਹੂੰ ਚਾਈਨਾ हम्म। ਪਾਕਿस्तान हम्म। इंडिया और वाह। ईरान बनने जा रहा है ਵਾਹ। ਅੱਛਾ और, ईरान बनने और जा इंडिया के खिलाफ ये सारे गोल बंद हो रहे हैं ਉਹ ਧਿਆਨ ਨਾਲ नहीं, ਧਿਆਨ इंडिया ਨਾਲ के ਧਿਆन खिलाफ ਨਾਲ ये ਧਿਆਨ चीज़ ਜਿੱਥੇ ਤਿੰਨੋਂ ਜੁੜਦੀਆਂ ਨੇ ਉਹ ਲਦਾਖ 'ਚ ਅਸੀਂ ਉੱਥੇ ਅੱਗਾਂ ਲਾਈਆਂ ਹੋਈਆਂ ਨੇ इस और नहीं, इंडिया के करके खिलाफ सारे गोल Fuse- बंद हो रहे हैं ए- सारे एक हो रहे हैं कोई भी जेड़ा ਲੈਟਸ ਟਾਕ ਅਬਾਊਟ ਦਿਸ ਕੀ ਅਸੀਂ ਆਈਸੋਲੇਟ ਕੀਤੇ ਜਾ ਰਹੇ ਹਾਂ और क्या इंडिया इज गेटिंग आइसोलेटेड ਵੀ ਮੀਟ ਆਫਟਰ ਦਾ ਬ੍ਰੇਕ ਐਂਡ ਵੀਲ ਟਾਕ ਅਬਾਊਟ ਦਿਸ Yes, ਕੀ ਅਸੀਂ ਦੁਨੀਆ ਦੇ ਵਿੱਚ ਇਕੱਲੇ ਦੁਕੱਲੇ ਪੈ ਰਹੇ ਹਾਂ ਸਾਡੇ ਤੇ तमाम ਦਰਵਾਜ਼ੇ ਸਾਡੇ ਤੇ ਬੰਦ ਕੀਤੇ ਜਾ ਰਹੇ ਹਨ ਵੀਲ ਟਾਕ ਅਬਾਊਟ ਇਟ ਆਫਟਰ ਦਿਸ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਚਰਚਾ ਕਰ ਰਹੇ ਹਾਂ ਦੁਨੀਆ ਦੇ ਵਿੱਚ ਜਿਸ ਕਿਸਮ ਦੇ ਨਾਲ ਸੱਤਾ ਦਾ ਤਵਾਜ਼ੁਨ ਬਦਲ ਰਿਹਾ ਹੈ ਅਮਰੀਕਾ ਹੁਣ ਦੁਨੀਆ ਦਾ ਸਭ ਤੋਂ ਵੱਡਾ ਥਾਣੇਦਾਰ ਜਿਹੜਾ ਹੈ ਉਹ ਆਪਣੇ ਥਾਣੇ ਦੇ ਇਲਾਕੇ ਦੇ ਵਿੱਚ ਅਮਨ ਅਮਾਨ ਕਾਇਮ ਨਹੀਂ ਰੱਖ ਰਿਹਾ ਬਲਕਿ ਖੋਰੂ ਪਾਉਣ ਦੇ ਵਿੱਚ ਉਹ ਸਭ ਤੋਂ ਅੱਗੇ ਹੋ ਗਿਆ ਤੇ ਇਸ ਕਰਕੇ ਹੁਣ ਕੋਈ ਪਤਾ ਨਹੀਂ ਕਿ ਭਾਈ ਦੁਨੀਆ ਵਿੱਚ ਕੌਣ ਕਿਹਦੇ ਨਾਲ ਹੈ ਕੌਣ ਕਿਹੜੇ ਪਾਸੇ ਹੈ ਕਿਹੜਾ ਗਰੁੱਪ ਇੱਕ ਸਾਈਡ ਤੇ ਇਕੱਠਾ ਆਪਸ ਦੇ ਵਿੱਚ ਸੱਤਾ ਦਾ ਬੈਲੈਂਸ ਕਿਵੇਂ ਹੈ ਤੇ ਹਰ ਕੋਈ ਆਪਾ ਧਾਪੀ ਦੇ ਵਿੱਚ ਹੈ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਸਾਡੇ ਨਾਲ ਨੇ ਤੇ ਪ੍ਰੋਫੈਸਰ ਅਸ਼ਤੋਸ਼ ਕੁਮਾਰ ਜੀ ਜਿਹੜੇ ਦੱਸ ਰਹੇ ਨੇ ਕਿ ਇਟਸ ਨਾਓ ਅਮਰੀਕਾ ਫਰਸਟ ਇੰਡੀਆ ਫਰਸਟ ਹੁਣ ਸਾਰਾ ਹਰ ਬੰਦਾ ਕਹਿੰਦਾ ਹੈ ਕਿ ਆਈ ਐਮ ਫਰਸਟ ਉਹ ਸਾਰੇ ਹੋਰ ਕੋਈ ਤਰੀਕਾ ਹੀ ਨਹੀਂ ਤੁਸੀਂ ਕਿਹਾ ਵੀ ਜਿਹਦੀ ਲਾਠੀ ਉਹਦੀ ਭੈਂਸ ਦਾ ਹੁਣ ਜ਼ਮਾਨਾ ਇਹ ਸਾਰੇ ਦੇ ਵਿੱਚ ਜੇ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਪਾਕਿਸਤਾਨ ਸਾਊਦੀ ਅਰੇਬੀਆ ਇਦਾਂ ਇਕੱਠੇ ਹੋ ਗਏ ਨੇ ਸਾਨੂੰ ਉਹ ਆਪਣੇ ਅਗੇਂਸਟ ਦਿਸਣ ਲੱਗ ਪੈਂਦਾ ਚਾਈਨਾ ਸਾਨੂੰ ਪਹਿਲਾਂ ਹੀ ਆਪਣੇ ਅਗੇਂਸਟ ਦਿਸਦਾ ਹੈ ਅਮਰੀਕਾ ਸਾਡੇ ਅਗੇਂਸਟ ਹੋਇਆ ਹੈ ਹੁਣ ਰਸ਼ੀਆ ਨਾਲ ਅਸੀਂ ਪੁਰਾਣੀਆਂ ਯਾਰੀਆਂ ਦੁਬਾਰਾ ਤੋਂ ਖੋਦ ਕੇ ਭਾਲ ਰਹੇ ਹਾਂ ਮਿੱਟੀ ਘੱਟਾ ਸਾਫ਼ ਕਰ ਰਹੇ ਹਾਂ ਕਿ ਹੁਣ ਸਾਨੂੰ ਯਾਦ ਆਇਆ ਨਹੀਂ ਉਹ ਅਮਰੀਕਾ ਤਾਂ ਸਾਡਾ ਵੈਸੇ ਹੀ ਯਾਰ ਸੀ ਰਸ਼ੀਆ ਸਾਡਾ ਸਕਾ ਭਰਾ ਸੀ 1971 याद कर रहे हैं 71 ਵਾਲੀ ਹਾਂ ਉਹ 15 ਈਅਰ ਫਰੈਂਡਸ਼ਿਪ ਟ੍ਰੀਟੀ
ਉਹ ਹੁਣ ਸ਼ਾਇਦ Soviet- ਉਹ ਕਿਤੇ ਦੁਬਾਰਾ ਸੋਵੀਅਤ ਯੂਨੀਅਨ ਪੀਸ ਅਵਾਰਡ ਨਾਲ ਦੁਬਾਰਾ ਸਟਾਰਟ ਹੋ ਜਾਵੇ ਵਲਾਦੀਮੀਰ ਪੁਤਿਨ ਪੀਸ ਅਵਾਰਡ ਕੀ ਅਸੀਂ ਇਕੱਲੇ ਤੋਂ ਇਕੱਲੇ ਪੈ ਜਾਵਾਂਗੇ ਹਾਂ, ਮੈਂ ਦੱਸਦਾ, ਮੈਂ ਰਿਸਪੌਂਡ ਕਰਦਾ। ਗੱਲ ਇਹ ਹੈਗੀ ਹੈ ਕਿ ਸਾਡੀ ਮਨਮੋਹਨ ਸਿੰਘ ਦੇ ਟਾਈਮ ਤੋਂ ਹੀ ਫੋਰਨ ਪਾਲਿਸੀ ਇਹ ਸੀਗੀ ਕਿ ਟੈਰਰਿਜ਼ਮ ਤੇ friendship cannot go together, talk and terrorism cannot go, blood cannot go along with talks। ये तो ਆਪਾਂ ਇਹ ਗੱਲ ਰਹੇ मोदी ਅਸੀਂ ਇਹ ਕਹਿੰਦੇ ਸੀ ਨਹੀਂ ਮੋਦੀ ਦੀ ਮਨਮੋਹਨ ਸਿੰਘ ਤੋਂ ਸ਼ੁਰੂ ਹੋ ਗਈ ਸੀ। ਉਹ ਕਹਿੰਦੇ ਉਹ ਵਾਂਟ ਟੂ ਉਸ ਵੇਲੇ ऐसे नहीं था, ये मोदी ਐਸਾ ਨਹੀਂ ਸੀ ਪਰ ਉਹ ये मोदी ही थी। ऐसा है। ਕਹਿ ਰਹੇ ਨੇ ਉਹ ਉਸ ਵੇਲੇ ਆਗੇ ਕੀਤਾ ਨਾ 1 2 3 ਵੇਲੇ हाँ ਲੇਕਿਨ 1 2 3 ਨਿਊਕਲੀਅਰ ਡੀਲ ਜਿਹੜੀ 2008 ਉਹਦੇ ਨਾਲ ਵਾਲੀ ਸਿਵਲ ਨਿਊਕਲੀਅਰ ਡੀਲ ਸਾਡੀ ਜਿਹੜੀ ਫੋਰਨ ਪਾਲਿਸੀ ਇਹ ਰਹੀ ਹੈ ਓਵਰ ਦ ਲਾਸਟ 10 ਇਅਰਸ ਮੈਂ ਕਹਾਂਗਾ ਕਿ ਆਈਸੋਲੇਟ ਪਾਕਿਸਤਾਨ। ਔਰ ਆਪਾਂ ਕਹਿੰਦੇ ਸੀ ਇਹ ਤਾਂ ਕੋਈ ਫੋਰਨ ਪਾਲਿਸੀ ਨਹੀਂ ਹੁੰਦੀ ਅਸੀਂ ਐਡਾ ਵੱਡਾ ਕੰਟਰੀ ਹਾਂ ਲੁੱਕ ਐਟ ਆਵਰ ਜੀਡੀਪੀ ਪਾਕਿਸਤਾਨ ਕੋਈ ਚੀਜ਼ ਹੈ ਸਾਡੇ ਸਾਹਮਣੇ ਰੋਟੀ ਨਹੀਂ ਲੱਭਦੀ ਉੱਥੇ ਲੇਕਿਨ ਗੱਲ ਇਹ ਹੈਗੀ ਹੈ ਪਾਕਿਸਤਾਨ ਦੀ ਜਿਹੜੀ ਜੀਓਪੋਲਿਟੀਕਲ ਪੋਜੀਸ਼ਨ ਹੈ ਪਾਕਿਸਤਾਨ ਦਾ ਜਿਸ ਤਰੀਕੇ ਨਾਲ ਕਨੈਕਟੀਵਿਟੀ ਪ੍ਰੋਵਾਈਡ ਕਰਦਾ ਹੈ ਚਾਈਨਾ ਵੈਸਟ ਏਸ਼ੀਆ ਸਾਊਥ ਏਸ਼ੀਆ ਸੈਂਟਰਲ ਏਸ਼ੀਆ ਵਗੈਰਾ ਵਗੈਰਾ ਆਪਾਂ ਸਭ ਜਾਣਦੇ ਹਾਂ ਉਹਦੇ ਵਿੱਚ ਆ ਜਿਹੜਾ ਆਪਰੇਸ਼ਨ ਸਿੰਦੂਰ ਹੋਇਆ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਇਨ ਦ ਸੈਂਸ देयर वाज नॉट ए सिंगल कंट्री वर्ल्ड ਦੇ ਵਿੱਚ ਜਿਹੜਾ ਕਿ ਓਪਨਲੀ ਇੰਡੀਆ ਦੇ ਨਾਲ ਖੜਾ ਹੋਇਆ ਹੋਵੇ ਉਹਦੇ ਨਾਲ देयर वर ਕੰਟਰੀਜ਼ ਜਿਹੜੇ ਕਿ ਪਾਕਿਸਤਾਨ ਦੇ ਨਾਲ ਖੜੇ ਹੋਏ ਜਿਵੇਂ ਕਿ ਟਰਕੀ ਸੀਗਾ ਉਸ ਤੋਂ ਬਾਅਦ ਟਰੰਪ ਦਾ ਉਹਨਾਂ ਨੂੰ ਬੁਲਾਉਣਾ ਨਵਾਜ਼ ਸ਼ਰੀਫ ਸ਼ਹਿਬਾਜ਼ ਸ਼ਰੀਫ ਨਾਲ ਦੋਸਤੀ ਉਹਨਾਂ ਦੇ ਆਸਿਫ ਮਨੀਰ ਨੂੰ ਬੁਲਾਣਾ ਲੰਚ ਤੇ 2 ਵਾਰ ਪਰਸੋਂ ਦੀ ਜਿਹੜੀ ਸੀ ਸਰ ਉਹ ਕਿਰਾਏ ਤੇ ਅਵੇਲੇਬਲ ਹੈ ਮਤਲਬ ਮੈਂ देखो ਮਰਸੈਂਟਰੀ ਫॉर रेंट है दे आर सेइंग कि ट्रम्प का अपना पर्सनल बिजनेस इंटरेस्ट है ਉਹਦਾ ਬਿਜ਼ਨਸ ਇਹ ਵੀ ਲੋਕ ਕਹਿ ਰਹੇ ਨੇ। ਉਹਦਾ ਬਿਜ਼ਨਸ ਇੰਟਰਸਟ ਵੀ ਹੋ ਉਹ ਸਕਦਾ ਹੈ ਕ੍ਰਿਪਟੋ ਕਰੰਸੀ ਵਗੈਰਾ ਦਾ ਹਾਂ, ਉਹਦਾ they are saying ਬਿਜ਼ਨਸ this। ਇੰਟਰਸਟ ਵੀ ਹੋ ਸਕਦਾ ਹੈ ਮੈਂ ਇਹਨੂੰ ਡਿਨਾਈ ਨਹੀਂ ਕਰਦਾ ਲੇਕਿਨ ਜਿਹੜੇ ਵਿਜ਼ੂਅਲਸ ਇਹ ਸ਼ੋ ਕਰਦੇ ਹੈ ਕਿ ਜਿਹੜੀ ਸਾਡੀ ਇੱਕ ਪਾਲਿਸੀ ਸੀਗੀ ਪਾਕਿਸਤਾਨ ਨੂੰ ਆਈਸੋਲੇਟ ਦੀ ਉਹ ਬਿਲਕੁਲ ਫੇਲ ਹੋਈ ਹੈ ਬਰਾਦਰ ਵੀ ਆਰ ਗੈਟਿੰਗ ਮੋਰ ਸਿੰਸ ਯੂ ਸਪੋਕ ਅਬਾਊਟ ਵਿਜ਼ੂਅਲਸ ਪ੍ਰੋਸੈਸ ਤੁਸੀਂ ਪਹਿਲਾਂ ਗੱਲ ਕੀਤੀ ਕਿ ਬੜੇ ਲੋਕੀ ਵਾਕਆਊਟ ਕਰ ਗਏ ਜਦੋਂ ਨੇਤਾ ਨਹੀਂ ਬੋਲ ਰਿਹਾ ਸੀ ਇਹ ਜਦੋਂ ਟਰੰਪ ਬੋਲ ਰਿਹਾ ਸੀ ਕੁਝ ਉਹ ਬੋਲਾ ਕੁਝ ਉਸਨੇ ਚਵਲੇ ਮਾਰੀ ਕਿਆ ਬਕਵਾਸ ਜਿੱਦਾਂ ਦੀਆਂ ਉਹਨੇ ਗੱਲਾਂ ਕੀਤੀਆਂ ਨੇ ਚਵਲਾ ਮਾਰੀਆਂ ਉਹਨੇ ਇਹੋ ਜੀਆਂ ਘਟੀਆ ਗੱਲਾਂ ਕੀਤੀਆਂ ਨੇ ਮਤਲਬ ਸਭ ਨੇ ਕਿਹਾ ਕਿ ਡਿਰੇਂਜਡ ਟਰੰਪ ਉੱਥੇ ਬੋਲ ਰਿਹਾ ਸੀ ਵੈਸਟਰਨ ਮੀਡੀਆ ਲਿਖ ਰਿਹਾ ਕਿ ਇਹਦਾ ਦਿਮਾਗ ਹਿੱਲਿਆ ਹੋਇਆ ਸੀ ਜਿੰਨੀ ਦੇਰ ਟੈਲੀਪ੍ਰੋਂਪਟਰ ਨਹੀਂ ਚੱਲ ਰਿਹਾ ਸੀ ਉਨੀ ਦੇਰ ਤੱਕ ਬਿਲਕੁਲ ਹੀ ਦਿਮਾਗ ਹਿੱਲਿਆ ਹੋਇਆ ਸੀ ਟੈਲੀਪ੍ਰੋਂਪਟਰ ਨਾ ਚੱਲੇ ਤਾਂ ਬੜੇ ਬੜੇ ਫੇਲ ਹੋ ਜਾਂਦੇ ਮੈਨੂੰ ਪਤਾ ਜਿੱਥੇ ਤੁਸੀਂ ਤੀਰ ਮਾਰ ਰਹੇ ਹੋ ਚਲੋ ਮੈਂ ਹਾਲੇ ਟਰੰਪ ਤੇ ਰਹਿਣਾ ਮੈਨੂੰ ਇਹ ਦੱਸੋ ਜਦੋਂ ਸਪੀਚ ਖਤਮ ਹੋਈ ਹੈ ਨਾ 20 ਸਕਿੰਟ ਤੱਕ ਤਾੜੀਆਂ ਵੱਜਦੀਆਂ ਰਹੀਆਂ ਨੇ ਕਿਸੇ ਨੇ ਵਾਕਆਊਟ ਨਹੀਂ ਕੀਤਾ ਵੱਡੇ ਵੱਡੇ ਵਰਲਡ ਲੀਡਰ ਟਰੰਪ ਦੇ ਨਾਲ बेशर्मी नाल स्माइल करके सेल्फियां खिंचवा रहे सी वो तो आपने देखा होगा जो वो हाई टेबल पे बैठते हैं और सारे ये सिर्फ कोई नार्सिसिस्टिक लीडर नहीं है जेड़ा अपने तो बहुत ही मुतासर होया होया कि मैं महान हां देयर आर डेंजरस फोर्सेस एट प्ले दुनिया च खतरनाक ताकतां इस वेले एक खेड रहीਆਂ ਨੇ ਇਹਦੇ ਚ ਮਿਲਟਰੀ ਐਮਪਾਇਰ ਨੇ ਵੈਪਨਸ ਦੇ ਐਮਪਾਇਰ ਨੇ ਕਾਰਪੋਰੇਟ ਦੇ ਐਮਪਾਇਰ ਨੇ ਤੇ ਉਹ ਕੁਝ ਜਿਹੜੇ ਕੁਝ ਹਜ਼ਾਰਾਂ ਕੁਝ ਲੱਖਾਂ ਲੋਕਾਂ ਦੀ ਬਲੀ ਤਾਂ ਬੜੇ ਆਰਾਮ ਨਾਲ ਹੀ ਦਿੱਤੀ ਜਾ ਸਕਦੀ ਹੈ ਅਲੱਗ ਲੈਣ ਜੰਗਾ 2-4 ਕੀ ਫਰਕ ਪੈਂਦਾ ਕਿਸੇ ਨੂੰ ਤਾਂ ਤੁਹਾਨੂੰ ਲੱਗਦਾ ਅਸੀਂ ਇਹ ਸਾਰੇ ਦੇ ਵਿੱਚ ਕਿਧਰੇ ਕੁੜਕੀ ਦੇ ਵਿੱਚ ਕਦੀ ਵੀ ਕੋਈ ਵੀ ਕੰਟਰੀ ਬਹੁਤ ਸਾਰੇ ਫਸ ਵੀ ਸਕਦੇ ਨੇ ਤੇ ਮਾਰੇ ਜਾ ਸਕਦੇ ਨੇ ਛੋਟੇ ਛੋਟੇ ਕੰਟਰੀ ਤਾਂ ਉਦੋਂ ਹੀ ਰਗੜੇ ਜਾਣਗੇ ਤੇ ਜਦੋਂ ਕੰਟਰੀ ਟ੍ਰੇਨ ਹੋ ਹੀ ਰਿਹਾ ਹੈ ਨਾ ਉਹ ਟ੍ਰੇਨ में हो रहा है ਸੋ ਮੈਂ ਕਹਿ ਰਿਹਾ ਕਿ ਜਿਹੜਾ ਫੇਲਿਅਰ ਸੀਗਾ ਲੀਗ ਆਫ ਨੇਸ਼ਨਸ ਦਾ ਉਸੇ ਤਰੀਕੇ ਨਾਲ ਯੂਨਾਈਟਿਡ ਨੇਸ਼ਨਸ ਦਾ ਫੇਲਿਅਰ ਹੋ ਗਿਆ ਤੇ ਬਹੁਤ ਵਾਰੀ ਬੜੇ ਹਿਸਟਰੀ ਦੇ ਵਿੱਚ ਇਹੋ ਜਿਹੇ ਅਨਾਰਕਿਕ ਸਮੇਂ ਆ ਜਾਂਦੇ ਨੇ ਕਿ ਇੱਕ ਲੰਬੇ ਸਮੇਂ ਤੱਕ ਵਰਲਡ ਆਰਡਰ ਨਹੀਂ ਐਸਟੈਬਲਿਸ਼ ਹੁੰਦਾ ਦੇਖੋ ਤੁਹਾਨੂੰ ਲੱਗਦਾ ਵੀ ਪੋਸੀਬਲੀ आर पासिंग थ्रू दैट टाइम कि ਅਸੀਂ हिटलर ने भी किया था ना हिटलर ने पूरे वर्ल्ड ऑर्डर को 30s ਦਾ जर्मनी की पूरा सारा तहस-नहस कर दिया था बिल्कुल अगर ਤੁਸੀਂ ਇਹ ਕਹੋ ਕਿ ਲੀਗ ਆਫ ਨੇਸ਼ਨਸ ਦੇ ਫੇਲ इस पे मैं थोड़ा सा कहना चाहता ਸੈਕੰਡ ਵਰਲਡ ਵਾਰ ਹੋ ਮੈਂ ਵਿਚਾਰ ਥੋੜੀ ਜਿਹੀ ਜਗ੍ਹਾ ਪੜਦਾ ਦਸ਼ਕਾਲੀ ਇਹਨਾਂ ਨੇ ਕਿਹਾ ਹਿਟਲਰ ਨੇ ਤਹਿਸ-ਨਹਿਸ ਕਰਤਾ ਸੀ ਮੈਂ ਕਹਿੰਦਾ ਵੀ ਚਲੋ ਯੂਐਸ ਤੋਂ ਨਹੀਂ ਜੁਆਇਨ ਕੀਤਾ ਉਸ ਤੋਂ ਬਾਅਦ ਜਾਪਾਨ ਮਨਚੂਰੀਆ ਤੇ ਚੜ ਗਿਆ ਇਟਲੀ ਇਥੋਪੀਆ ਤੇ ਚੜ ਗਿਆ जर्मनी जिदा 30s ਦਾ ਇਹ ਕਹਿ ਰਹੇ ਨੇ ਜਿੱਦਾਂ ਦੀ एक्सपेंशन हुई है कि ये दोबारा हुन फिर उस तरह का नहीं हो सकता नहीं देखिए क्या हो रहा है ना देखिए अभी क्या हो रहा है आपने बात भी करी कि एक फार राइट की इमरजेंस हुई है और काफी डेमोक्रेट सब आ गए हैं है ना तो ये जो फार राइट की जो है डेमोक्रेट अगर आप देखिए अगर मान लो कि वॉन्स जीतता है अब ट्रम्प था तो जेडी वॉन्स अगर आ जाता है तो दिस वुड बी मच मोर डिफिकल्ट पीरियड प्रोफेसर आशुतोष कह रहे हैं शायद मैं दोबारा आ जाऊं वो कड़ा मना कर रहा है हाले वो तो नहीं कर सकता है अमेंडमेंट करना पड़ेगा हां तो कर देगा ना अभी तो आपने बोला कि सारी पावर तो प्रेसिडेंसी में आ रही है वो तो कहता जो ना करांगा अभी उसको डायरेक्टली क्वेश्चन पूछा गया था कि ਤੁਸੀਂ ਕੀ ਨੈਕਸਟ ਲੈ ਸਕਦੇ ਹੋ ਕਿਉਂਕਿ ਕੰਜ਼ੈਕਟਿਵ ਨਹੀਂ ਹੈਗੀਆਂ ਦੋਨੋਂ ਨਹੀਂ ਹੀ ਇਜ਼ ਹੈਵਿੰਗ ਦੈਟ ਕੈਪ ਆਲਸੋ ਗਿਵ ਅਨਦਰ ਚਾਂਸ ਆਫ ਪਾਇਆ ਹੋਇਆ ਉਹਨੇ ਬਿਲਕੁਲ
ਉਹਦੇ ਦਿਮਾਗ 'ਚ ਹੈਗਾ ਤੀਜੀ ਵਾਰੀ ਬਣਨ ਦਾ बट ਰਾਸ਼ਟਰਪਤੀ 3/4 स्टेट चाहिए, हैं? 3/4 स्टेट नहीं है नहीं है, अभी, नहीं है, नहीं वो है, possible नहीं है। तो वो पॉसिबल नहीं है, बट जेडी वांट्स टू ट्रम्प। ਸਰ ਆਪਾਂ FDR ਵੇਲੇ ਰੂਲ ਬਦਲਦੇ ਦੇਖਿਆ 4 ਵਾਰੀ ਬਣ ਗਿਆ ਸੀ FDR। वो तो उस समय तो अमेंडमेंट ठीक नहीं है, थी ना, amendment amendment की नहीं वर्ल्ड थी। वार लगी सी, सब वर्ल्ड कुछ वार सीगा, लगी हाँ, थी। प्रॉब्लम सी है। तो ये जो डेमोक्रेट जी। सब आ गए ना फार राइट, जी। तो ये तो ਫਾਰ ਰਾਈਟ ਦਾ ਐਮਰਜੈਂਸ ਤਾਂ ਸਿਰਫ ਇੰਟਰਨੈਸ਼ਨਲ मैं इफ आई कैन टेक हिज पॉइंट फर्दर, इन्होंने क्या फार राइट आ गया, मैं कह रहा दैट मींस न्यू लिबरल्स हैव फाउट बैक। ਬਿਲਕੁਲ ਉਹਨਾਂ ਨੇ ਤੁਹਾਡੇ ਪ੍ਰੋਗਰੈਸਿਵਿਜ਼ਮ ਤੋਂ ਬਾਅਦ Conservatism, ਵੈਲਫੇਅਰਿਜ਼ਮ ਤੋਂ ਬਾਅਦ ਨੀਓ ਲਿਬਰਲਸ ਵਾਪਸ ਆਏ ਨੇ ਠੋਕ ਕੇ ਵਾਪਸ ਆਏ ਨੇ। ਹੁਣ ਉਹ ਹਾਇਰਾਰਕੀ ਦੁਬਾਰਾ ਉਹ ਕਹਿ ਰਹੇ ਨੇ ਜੀ ਅਸੀਂ ਇਹ ਕਿਤਾਬਾਂ ਨਹੀਂ ਪੜ੍ਹਾਉਣ ਦੇਣੀਆਂ, ਬੱਚਿਆਂ ਨੂੰ ਇਹ ਵਾਲੀਆਂ ਕਹਾਣੀਆਂ ਨਹੀਂ ਸੁਣਾਉਣ ਦੇਣੀਆਂ ਸਕੂਲਾਂ ਦੇ ਵਿੱਚ, ਜੈਂਡਰ ਵਾਲੀਆਂ ਇਹ ਸਭ ਕਰੇ, LGBTQ ਤੇ ਬੈਨ ਲਾਓ, ਰੋ ਵੀ ਵੇਡ ਉਲਟਾ ਦਿੱਤਾ, ਅਬੋਰਸ਼ਨ ਤੇ ਉਲਟਾਤਾ। ਸੋ ਉਹ ਜੈਂਡਰ ਦੀ, ਰੇਸ ਦੀ, ਕਲਚਰਲ ਡਿਫਰੈਂਸਿਸ ਦੀ ਹਾਇਰਾਰਕੀ ਦੁਬਾਰਾ ਲਿਆ ਰਹੇ ਨੇ, ਕ੍ਰਿਸਚੀਅਨ ਵੈਲਿਊਜ਼ ਦੀ। ਕੱਲ ਨੂੰ ਉਹ ਇੱਕ ਹਾਇਰਾਰਕੀ ਹੋਰ ਲੈ ਆਣ, ਜੈਨੇਟਿਕਸ ਬਾਰੇ ਉਹ ਪਹਿਲਾਂ ਵੀ ਤਾਂ ਗੱਲ ਕਰਦੇ ਨੇ ਤੇ ਉਹ ਦੁਬਾਰਾ ਹੋਲੋਕਾਸਟ ਵਰਗੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ। ਵੈਕਸੀਨ, ਐਂਟੀ ਵੈਕਸੀਨ ਨੂੰ ਪਹਿਲੇ ਬੋਲ ਰਿਹਾ। ਟਰੰਪ ਨੇ ਇਹ ਕਹਿ ਦਿੱਤਾ ਵੀ ਆ ਬੱਚਿਆਂ ਨੂੰ ਨਾ ਬੱਚੇ ਬੜੇ ਖੁਸ਼ ਹੋਣਗੇ ਵੀ ਟਰੰਪ ਨੇ ਕਿਹਾ ਜਿਹੜੇ ਤੁਹਾਨੂੰ ਬਚਪਨ 'ਚ ਟੀਕੇ ਲੱਗਦੇ ਨੇ ਆ ਬੜੀ ਗਲਤ ਗੱਲ ਹੈ, ਟੀਕੇ ਟੂਕੇ ਨਾ ਲਾਇਆ ਕਰੋ। वो कैनेडी जो है उसका ਉਹ PCM ਤੇ ਮਨਾ ਕਰਤਾ, ਉਹ ਕਹਿੰਦਾ ਪੈਰਾਸੀਟਾਮੋਲ ਨਾ ਦਿਆ ਕਰੋ, ਇਹ ਬੜੀ ਖਤਰਨਾਕ ਹੈਗੀ। ਦੁਨੀਆ ਭਰ ਦੇ ਸਾਇੰਟਿਸਟ ਕਹਿ ਰਹੇ ਨੇ ਦਿਮਾਗ ਖਰਾਬ ਹੋ ਗਿਆ। ਪਹਿਲੀ ਵਾਰ ਅਮਰੀਕਾ ਦੇ ਵਿੱਚ ਇਹ ਗੱਲ ਉੱਠਣ ਲੱਗੀ ਹੈ ਕਿ ਅਮਰੀਕਾ ਇਜ਼ ਅ ਕ੍ਰਿਸਚੀਅਨ ਸਟੇਟ, ਜਿਹੜਾ ਕਿ ਪਹਿਲਾਂ ਕਦੇ ਨਹੀਂ ਹੋਇਆ। ਉਹਨੇ ਨਹੀਂ ਹੁੰਦਾ ਰਿਹਾ ਪਹਿਲਾਂ, ਉਹ ਕ੍ਰਿਸਚੀਅਨਿਟੀ ਬੜੀ ਆ ਗਈ। ਇਹ ਇਸ ਕੰਟੈਕਸਟ ਦੇ ਵਿੱਚ ਜਿਹੜਾ ਉੱਥੇ ਕੁਝ ਸਟੈਚੂ ਹਿੰਦੂ ਦੇਵਤਾਵਾਂ ਦੇ ਬਣਾਏ, ਉਹਦੇ ਅਗੇਂਸਟ ਉਹਨਾਂ ਨੇ ਜਿਹੜਾ ਅਭਿਆਨ ਚਲਾਇਆ, ਉਹਦਾ ਬਿਲਕੁਲ। ਦੂਸਰੀ ਚੀਜ਼ ਇਹ ਹੈਗੀ ਹੈ, ਲੀਗ ਆਫ ਨੇਸ਼ਨਸ ਜਦ ਫੇਲ ਹੋਈ, ਤੁਸੀਂ ਸੈਕੰਡ ਵਰਲਡ ਵਾਰ ਵੱਲ ਤੁਰ ਪਏ। ਅੱਛਾ, ਲੇਕਿਨ ਸਾਡੇ ਕੋਲ ਆਲਟਰਨੇਟਿਵ ਨਹੀਂ ਹੈ ਯੂਨਾਈਟਿਡ ਨੇਸ਼ਨਸ ਦਾ। ਯੂਨਾਈਟਿਡ ਨੇਸ਼ਨਸ ਦੀ ਕਰੈਕਸ਼ਨ ਕੀਤੀ ਜਾ ਸਕਦੀ ਹੈ ਅਗਰ ਸਾਰੇ ਮਿਲ ਜਾਣ। ਅਗਰ ਬਹੁਤ ਹੀ ਕਿਆਰਸ ਹੋਊਗਾ, ਕਿਓਟਿਕ ਸਿਚੁਏਸ਼ਨ ਦੇ ਵਿੱਚੋਂ ਇੱਕ ਨਵਾਂ ਵਰਲਡ ਆਰਡਰ ਇਮਰਜ ਹੋਣ ਦੀ ਸੰਭਾਵਨਾ ਹੈ, ਲੇਕਿਨ ਉਹ ਯੂਨਾਈਟਿਡ ਨੇਸ਼ਨਸ ਨੂੰ ਰਿਪਲੇਸ ਨਹੀਂ ਕਰ ਸਕਦਾ। अच्छा ऐसा ਯੂਨਾਈਟਿਡ ਨੇਸ਼ਨਸ ਵਿਲ ਰਿਮੇਨ ਰੈਲੇਵੈਂਟ। खाली साहब ऐसा नहीं लेकिन लगता। वो structure- ਨੈਪੋਲੀਅਨ ਵੇਲੇ ਇਹ ਲੱਗਦਾ ਹੋਣਾ ਵੀ ਆਫਟਰ ਨੈਪੋਲੀਅਨ ਹੂ ਇਹ ਤੁਸੀਂ ਟੀਨਾ ਫੈਕਟਰ ਨਾ ਜਿਹੜਾ अच्छा ऐसा नहीं लगता देयर इज ऑलवेज अल्टरनेटिव। Give me a chance। ਜੀ ਸ਼ੋਰ ਪਲੀਜ਼ ਪਲੀਜ਼ ਯੂਨਾਈਟਿਡ ਨੇਸ਼ਨਸ ਜਿਹੜਾ ਹੈਗਾ ਉਹਦੇ ਵਿੱਚ ਬੇਸ਼ੱਕ ਸੈਂਕੜੇ ਪ੍ਰੋਬਲਮਸ ਹੈ, ਲੇਕਿਨ ਤੁਸੀਂ ਇੱਕ ਆਲਟਰਨੇਟਿਵ ਲੱਭ ਕੇ ਤਾਂ ਦੇਖੋ। देयर इज नो अल्टरनेटिव। ਸਰ ਇਹ ਜੋ ਹੋ ਰਿਹਾ ਹੈ ਅਲਟਰਨੇਟਿਵ ਹੀ ਲੱਭਿਆ ਜਾ ਰਿਹਾ। ਨਹੀਂ, ਇਹ ਹਰ ਬੰਦਾ ਜਿਹੜਾ ਇੱਕ ਦੂਜੇ ਨੂੰ ਧੱਕਾ ਮਾਰ ਕੇ ਅੱਗੇ ਆ ਰਿਹਾ ਹੈ, ਇਹ ਅਲਟਰਨੇਟਿਵ ਹੀ ਲੱਭਿਆ ਜਾ ਰਿਹਾ ਹੈ। समथिंग विल कम आउट, Something will come out। ਸਟਰਕਚਰ ਹੋਣੀ ਹੀ ਹੋਣੀ ਹੈ, ਹਾਂ। ਚਾਹੇ ਅੱਜ ਹੋ ਜਵੇ ਜਾਂ 10 ਸਾਲ ਨੂੰ ਹੋ ਜਵੇ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਰੀਸਟਰਕਚਰ ਹੋਏਗੀ ਔਰ ਉਹਦੇ ਵਿੱਚ ਜਿੰਨੇ ਵੀ ਵਰਲਡ ਨਵੇਂ ਐਮਰਜਿੰਗ ਪਾਵਰਸ ਹੈ ਉਹ ਸਾਰੀਆਂ ਕੋਸ਼ਿਸ਼ ਕਰਨੀਆਂ ਕਿ ਇਹਨੂੰ ਹੋਇਆ। ਜੇ ਮੈਂ ਆਰਬਿਟ ਲਿਖਣੀ ਹੋਵੇ ਯੂਨਾਈਟਿਡ ਨੇਸ਼ਨ ਦੀ, ਤੁਸੀਂ ਜੇ ਮੈਂ ਆਰਬਿਟ ਲਿਖਣੀ ਹੋਵੇ ਯੂਨਾਈਟਿਡ ਨੇਸ਼ਨ ਦੀ, ਵੀ ਯੂਨਾਈਟਿਡ ਨੇਸ਼ਨ ਨੂੰ ਖਤਮ ਕਰ ਦੇਣਾ ਚਾਹੀਦਾ। ਤੁਸੀਂ ਕਹੋ ਗਾਜ਼ਾ ਹੋ ਰਿਹਾ ਇਹ ਨਹੀਂ ਰੋਕ ਸਕਿਆ, ਯੂਕਰੇਨ ਹੋ ਰਿਹਾ ਨਹੀਂ ਰੋਕ ਸਕਿਆ, ਸੁਡਾਨ ਦਾ ਫੈਮਿਨ ਨਹੀਂ ਰੋਕ ਸਕਿਆ ਸੀ, ਹੈਤੀ ਵਿੱਚ ਜੋ ਕੁਝ ਕੀਤਾ ਕੀਨੀਆ ਲੈਡ ਮਿਸ਼ਨਸ ਨੇ ਉਹ ਨਹੀਂ ਹੋ ਸਕਿਆ ਸੀਗਾ, ਕਾਂਗੋ ਸਾਊਥ ਸੁਡਾਨ, ਵਿਅਤਨਾਮ, ਅਫਗਾਨਿਸਤਾਨ ਲਾਈਨਾਂ ਲੱਗੀਆਂ ਪਈਆਂ ਵੀ ਸਾਰਾ ਫੇਲਿਅਰ ਸੀਗਾ। एक चीज मैं पूछना चाह रहा था, जब वो कोल्ड वॉर था या न्यू कोल्ड वॉर था तो वी यूज्ड टू क्रिटिसाइज इट, है ना? हाँ बिल्कुल। पर अब ऐसा नहीं लगता कि वो फेज वाज बेटर देन दिस फेज। दो चौधरी थे वो, ਇੱਥੇ ਵੀ ਤਾਂ ਉਹੀ ਹੈ ਜਿਹੜੀ ਕਾਂਗਰਸ ਤੋਂ ਦੁਖੀ ਸੀ, ਕਹਿੰਦੇ ਇਹ ਮਾੜੀ ਮੋਟੀ ਬਚੀ ਰਵੇ, ਜਿਹੜੇ ਸੰਵਿਧਾਨ ਤੋਂ ਦੁਖੀ ਸੀ ਕਹਿੰਦੇ ਇੰਨੇ ਕੋਈ ਨਹੀਂ ਬਚਾ ਲਓ। ਸਾਡੀ ਹਾਲਤ ਉਹਨੇ ਹੈ ਵਿੱਚ ਜਿਹਨੂੰ ਰੋਂਦੇ ਸੀ ਹੁਣ ਅਸੀਂ ਉਹਨੂੰ ਹੀ ਬਚਾਉਣ ਨੂੰ ਕਰਿਆ ਯਾਰ। ਬਿਲਕੁਲ ਸਮਾਂ ਖਤਮ ਹੈ ਬਿਲਕੁਲ ਯੂ ਵਾਂਟ ਟੂ ਸੇ ਸਮਥਿੰਗ ਲਾਸਟ ਵਰਡ। ਮੈਂ ਕਿਹਾ ਨਹਿਰੂ ਨੂੰ ਜਿੰਨੀਆਂ ਗਾਲਾਂ ਕਰਦੇ ਉਹ ਕਹਿੰਦਾ ਨਹੀਂ ਦੈਟ ਵਾਸ ਮਚ ਬੈਟਰ। ਪਰ ਦੇਖੋ ਵੱਡਾ ਸਾਨ ਆ ਗਿਆ। रेडिकलिज्म की परिभाषा बदल दी। हाँ, बिल्कुल। नेशनलिज्म की परिभाषा बदल गई, रेडिकलिज्म की। My point is very simple। लिबरलिज्म जो पहले लिबरल होते थे अब वो लेफ्टिस्ट हो रहे हैं। ਇਹ ਬੜੀ ਪਿਆਰੀ ਗੱਲ ਕੀਤੀ, ਜਿਹੜੇ ਪਹਿਲਾਂ ਲਿਬਰਲ ਹੁੰਦੇ ਸੀ ਉਹ ਲੈਫਟਿਸਟ ਹੋ ਗਏ ਨੇ। ਇਹਦਾ ਮਤਲਬ ਇਹ ਵੀ ਹੈ ਕਿ ਸਾਡੇ ਕੋਲ ਇੱਕ ਰਾਈਟ ਵਿੰਗ ਪਾਰਟੀ ਹੈ ਜਿਹਦੀ ਰੀਗਨ ਥੈਚਰਾਈਟ ਇਕਨੋਮਿਕਸ ਹੈ ਪਲੱਸ ਕਮਿਊਨਲਿਜ਼ਮ ਹੈ, ਤੇ ਇੱਕ ਜਿਹੜੀ ਕਾਂਗਰਸ ਹੈ ਉਹ ਅਸਲ ਵਿੱਚ ਭਾਜਪਾ ਹੈ ਮਾਈਨਸ ਕਮਿਊਨਲਿਜ਼ਮ, ਕਿਉਂਕਿ ਉਹ ਵੀ ਰਾਈਟ ਵਿੰਗ ਇਕਨੋਮਿਕਸ ਹੈ, ਥੈਚਰਾਈਟ ਹੈ, ਰੀਗਨ ਇਕਨੋਮਿਕਸ ਹੈ, ਬਿਲਕੁਲ ਹੀ ਹੈ। ਤੇ ਇਹ ਅਮਰੀਕਾ ਦੇ ਵਿੱਚ ਵੀ ਡੈਮੋਕ੍ਰੇਟਸ ਦਾ ਇਹੀ ਹਾਲ ਹੈ। ਕਿਸੇ ਨੂੰ ਵਿਸ਼ਵਾਸ ਆਂਦਾ ਅੱਜ ਦੀ ਡੇਟ ਤੇ ਅਬਰਾਹਮ ਲਿੰਕਨ ਰਿਪਬਲਿਕਨ ਸੀਗਾ, ਸੋਚ ਲਓ ਅੱਜ ਦੀ ਡੇਟ ਚ ਉਹਨੂੰ ਡੈਮੋਕ੍ਰੈਟਿਕ ਪਾਰਟੀ ਨਾਲ ਲਵੇ। तो एसपी जी एक तरह से अच्छा भी है ना कि इंडिया इज ऑन इट्स ओन। अब भाई आप अपनी दुकान संभालो, अपना संभालो, बेसिकली किसी पे भरोसा मत करो, अपना संभालो। ਇੱਕ ਭਗਵੀ ਭਾਜਪਾ ਸੀ
ਇੱਕ ਭਾਜਪਾ ਲਾਈਟ ਹੈ ਸਾਡੇ ਕੋਲ ਜਿਹਦਾ ਨਾਮ ਕਾਂਗਰਸ ਹੈ, ਜਿਹਦਾ ਲੀਡਰ ਰਾਹੁਲ ਗਾਂਧੀ ਹੈ, ਉਹ ਤੇ ਵੀ ਇੱਕ ਰਿਪਬਲਿਕਨ ਪਾਰਟੀ ਹੈ, ਟਰੰਪ ਵਾਲੀ ਕ੍ਰਿਸਚੀਅਨ, ਤੇ ਇੱਕ ਜਿਹੜੀ ਹੈ ਉਹ ਥੋੜੀ ਜੀ ਪੋਲੀ ਰਿਪਬਲਿਕਨ ਪਾਰਟੀ ਹੈ ਜਿਹਨੇ ਆਪਣਾ ਨਾਮ ਡੈਮੋਕ੍ਰੈਟਿਕ ਪਾਰਟੀ ਰੱਖਿਆ, ਜਿਹੜੀ ਜੋ ਬਾਈਡਨ ਵਰਗੇ ਨੂੰ ਜੰਗਾਂ ਲਾਉਣ ਵਾਲੇ ਨੂੰ, ਔਰ ਓਬਾਮਾ ਨੇ ਘੱਟ ਬੰਬ ਸੁੱਟੇ ਨੇ ਤੇ ਘੱਟ ਮਿਜ਼ਾਈਲਾਂ ਮਾਰੀਆਂ ਨੇ ਦੁਨੀਆ ਭਰ ਵਿੱਚ, ਸਭ ਨੇ ਓਬਾਮਾ ਬਾਰੇ ਡਿਪੋਰਟੇਸ਼ਨ ਜ਼ਿਆਦਾ ਹੋਈਆਂ। ਹਾਂ, ਓਬਾਮਾ ਵੇਲੇ ਸਾਡੇ ਬੰਦੇ ਜ਼ਿਆਦਾ ਕੱਢੇ ਗਏ ਨੇ। ਸਮਾਂ ਬਿਲਕੁਲ ਸਮਾਂ ਖਤਮ ਹੈ। ਸਵਾਲ ਇਹ ਹੈ ਕਿ ਜੋ ਦੁਨੀਆ ਦੇ ਇਹ ਜੋ ਹਾਲਾਤ ਬਦਲ ਰਹੇ ਨੇ, ਮੈਨੂੰ ਸਿਰਫ ਇੰਨਾ ਕਿ ਪੰਜਾਬ ਦੇ ਵਿੱਚ, ਪੰਜਾਬੀ ਦੇ ਵਿੱਚ ਸਾਡਾ ਆਪਣਾ ਮੁਆਸ਼ਰਾ ਇਹ ਸਭ ਜਿਹੜੇ ਬਦਲ ਰਹੇ ਹਾਲਾਤ ਨੇ, ਇਸ ਨੂੰ ਲਗਾਤਾਰ ਸਮਝਦਾ ਰਹੇ, ਇਹਦੇ ਬਾਰੇ ਗੱਲਬਾਤ ਹੁੰਦੀ ਰਹੇ। ਕਦੀ ਪੰਜਾਬ ਇਉਂ ਦੁਨੀਆ ਨਾਲ ਜੁੜਿਆ ਹੁੰਦਾ ਸੀ, ਹੁਣ ਅਸੀਂ ਇਸ ਸਭ ਬਾਰੇ ਬਹੁਤ ਘੱਟ ਗੱਲਾਂ ਕਰਦੇ ਹਾਂ। ਸਾਨੂੰ ਲੱਗਦਾ ਹੈ ਜੋ ਸਾਡੇ ਇੱਥੇ ਹੋ ਰਿਹਾ ਹੈ, ਜੋ ਹੜ੍ਹ ਆ ਰਹੇ ਨੇ, ਜੋ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ, ਜਾਂ ਜੋ ਮੋਦੀ ਜੀ ਸਾਡੇ ਨਾਲ ਕਰ ਰਹੇ ਨੇ, ਜਾਂ ਜੋ ਦੇਸ਼ ਦੇ ਵਿੱਚ ਹੋ ਰਿਹਾ, ਉਹ ਸ਼ਾਇਦ ਸਾਡੇ ਦੇਸ਼ ਦੇ ਅੰਦਰ ਜੋ ਕੁਝ ਹੋ ਰਿਹਾ ਉਹਦੇ ਕਾਰਨ ਹੀ ਹੋ ਰਿਹਾ। ਸਭ ਕੁਝ ਸਾਡੀਆਂ ਜ਼ਿੰਦਗੀਆਂ ਤੇ ਰਾਜ ਤੇ US ਦਾ ਫੈਡਰਲ ਰਿਜ਼ਰਵ ਕਰ ਦਿੰਦਾ, ਉਹ ਫੈਸਲਾ ਕਰਦਾ ਕਿ ਭਾਈ ਮੈਂ ਕਿੱਦਾਂ ਦਾ ਮਿਊਜ਼ਿਕ ਸੁਣਾ ਤੇ ਕਿੱਦਾਂ ਦੇ ਗਾਣੇ ਸੁਣਾ ਤੇ ਕਿੱਦਾਂ ਦੇ ਮੇਰੇ ਟੇਸਟ ਹੋਣ। ਸੋ ਅਮਰੀਕਾ ਦਾ ਰਾਸ਼ਟਰਪਤੀ, ਇਹ ਬੜੀ ਅਫਸੋਸ ਵਾਲੀ ਗੱਲ ਹੈ, ਕਹਿਣ ਲੱਗੇ ਐਡਾ ਦਿਲ ਨੂੰ ਤਕਲੀਫ ਹੁੰਦੀ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਨਾ ਇਕੱਲੇ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਹੁੰਦਾ, ਉਹ ਬਾਈ ਪ੍ਰੋਕਸੀ ਸਾਡਾ ਸਾਰਿਆਂ ਦਾ ਰਾਸ਼ਟਰਪਤੀ ਲੱਗ ਜਾਂਦਾ। ਵੀ ਸ਼ੁੱਡ ਆਲਵੇਜ਼ ਕੀਪ ਐਨ ਆਈ, ਹਮੇਸ਼ਾ ਇਹਨਾਂ ਸਭ ਤੇ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰੱਖਾ।